आओ अस इब्रानियां की किताब 11 दे ਉਹਦੀ ਇੱਕ ਐਤ ਨੂੰ ਪੜ੍ਹਦੇ ਹਾਂ। ਹੁਣ ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ। ਆਓ ਸਾਰੇ ਅੱਖਾਂ ਨੂੰ ਬੰਦ ਕਰੀਏ। ਪ੍ਰਭੂ ਯਿਸੂ ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ, ਇਸ ਘੜੀ ਦੇ ਲਈ, ਅੱਜ ਦੇ ਦਿਨ ਦੇ ਲਈ, ਜੋ ਸਾਰਾ ਸਾਲ ਤੂੰ ਸਾਨੂੰ ਸੰਭਾਲ ਕੇ ਰੱਖਿਆ। ਇਹ ਨਵਾਂ ਸਾਲ ਸਾਨੂੰ ਫਿਰ ਬਖਸ਼ਿਆ। ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਦੇ ਲਈ। ਅਸੀਂ ਜਿੰਨੇ ਲੋਕ ਇਸ ਨਵੇਂ ਦਿਨ ਦੇ ਵਿੱਚ ਪ੍ਰਭੂ, ਜੋ ਸਾਲ ਦਾ ਪਹਿਲਾ ਦਿਨ ਹੈ, ਤੇਰੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ, ਔਰ ਜਿੰਨੇ ਲੋਕ ਤੇਰੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਪ੍ਰਭੂ, ਸਾਡੇ ਸਾਰਿਆਂ 'ਤੇ ਤੇਰੇ ਇੱਕ ਮਸਾ ਹੋਵੇ ਪ੍ਰਭੂ। ਤੇਰੇ ਮਸਾ ਦੇ ਹੇਠ ਅਸੀਂ ਜਦ ਵਚਨ ਨੂੰ ਸੁਣੀਏ, ਤੇਰਾ ਧੰਨਵਾਦ ਕਰਦੇ ਹਾਂ। ਤੇਰਾ ਵਚਨ ਸਾਡੇ ਜੀਵਨ ਵਿੱਚ 100 ਗੁਣਾ ਫਲ ਲੈ ਕੇ ਆਵੇ। ਇਹ ਸਾਡੇ ਚੁੱਪ ਹੋ ਜਾਂਦਾ ਸਮਾਂ, ਤੇਰੇ ਬੋਲਣ ਦਾ ਸਮਾਂ। ਤੂੰ ਸਾਡੇ ਨਾਲ ਬੋਲ, ਤੇਰੀ ਮਰਜ਼ੀ ਸਾਡੇ ਜੀਵਨ ਦੇ ਵਿੱਚ ਪੂਰੀ ਹੋਵੇ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਪ੍ਰਾਰਥਨਾ ਕਰਦੇ ਹਾਂ। ਸਾਰੇ ਪਿਆਰ, ਸਾਰੇ ਬੋਲੋ ਹਾਲੇਲੂਇਆ। ਸਾਰੇ ਖੁਸ਼। ਪ੍ਰਭੂ ਤੁਹਾਨੂੰ ਬਰਕਤ ਦੇਵੇ। ਧੰਨਵਾਦ ਹੈ ਪ੍ਰਭੂ ਦਾ ਅੱਜ ਦੇ ਇਸ ਦਿਨ ਦੇ ਲਈ, ਜੋ ਪ੍ਰਭੂ ਨੇ ਸਾਰਾ ਸਾਲ ਆਪਾਂ ਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਿਆ। ਅਰੇ ਪ੍ਰਭੂ ਦੀ ਕਿਰਪਾ, ਹਜ਼ਾਰਾਂ ਲੋਕ ਜਿਹੜੇ ਨੇ ਇਸ ਦੇ ਦਿਨ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਇਹ ਦਿਨ ਨਹੀਂ ਦੇਖ ਸਕੇ, ਲੇਕਿਨ ਪ੍ਰਭੂ ਦਾ ਧੰਨਵਾਦ ਹੈ ਕਿ ਹਰ ਦਿਨ ਜਿਹੜਾ ਹੈ ਇਹ ਪ੍ਰਭੂ ਦਾ ਹੀ ਠਹਿਰਾਇਆ ਹੋਇਆ ਹੈ। ਹਰ ਦਿਨ ਇੱਕ ਨਵਾਂ ਦਿਨ ਹੈ। ਜਦੋਂ ਵੀ ਇਨਸਾਨ ਇੱਕ ਦਿਨ ਵੇਖਦਾ ਹੈ ਤਾਂ ਪ੍ਰਭੂ ਦਾ ਧੰਨਵਾਦ ਹੈ ਕਿ ਉਹਦਾ ਇਹ ਨਵਾਂ ਦਿਨ ਹੀ ਹੁੰਦਾ ਹੈ, ਕਿਉਂਕਿ ਪਿਛਲਾ ਦਿਨ ਦੁਬਾਰਾ ਨਹੀਂ ਆਉਂਦਾ। ਪਿਛਲੇ ਸਾਲ, ਪਿਛਲਾ ਮਹੀਨਾ, ਪਿਛਲਾ ਹਫ਼ਤਾ ਉਹ ਦੁਬਾਰਾ ਨਹੀਂ ਆਉਂਦਾ। ਹਰ ਦਿਨ ਇੱਕ ਨਵਾਂ ਹੀ ਸਾਡੇ ਲਈ ਕੁਛ ਨਵੀਆਂ ਗੱਲਾਂ ਲੈ ਕੇ ਆਉਂਦਾ ਹੈ। ਧੰਨਵਾਦ ਹੈ ਪ੍ਰਭੂ ਦਾ। ਅਸੀਂ ਜਿੰਨੇ ਲੋਕ ਵੀ ਇੱਥੇ ਇਕੱਠੇ ਹੋਏ ਹਾਂ ਅੱਜ ਇਸ ਨਵੇਂ ਸਾਲ ਦੇ ਵਿੱਚ, ਅਸੀਂ ਵਚਨ ਨੂੰ ਪੜ੍ਹਿਆ। ਹੁਣ ਵਿਸ਼ਵਾਸ, ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ, ਅਣਡਿੱਠ ਵਸਤਾਂ ਦਾ ਇਹ ਸਬੂਤ ਹੈ, ਇੱਕ ਪ੍ਰਮਾਣ ਹੈ। ਅੱਜ ਅਸੀਂ ਗੱਲ ਕਰਦੇ ਹਾਂ ਵਿਸ਼ਵਾਸ 'ਤੇ, ਕਿ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ। ਧੰਨਵਾਦ ਹੈ ਪ੍ਰਭੂ ਦਾ। ਜਿਸ ਵਿਸ਼ਵਾਸ ਦੀ ਅਸੀਂ ਇਸ ਜਗ੍ਹਾ 'ਤੇ ਗੱਲ ਪੜ੍ਹੀ ਹੈ, ਇਹ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਦੇਖ ਰਹੇ, ਇਹ ਜਿਹੜਾ ਸਾਡੇ ਕੋਲ ਵਿਸ਼ਵਾਸ ਹੈ, ਇਹ ਉਹਨਾਂ ਚੀਜ਼ਾਂ ਦਾ ਸਬੂਤ ਹੈ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਦੇਖੀਆਂ। ਪੁਰਾਣੇ ਸਾਲ 'ਚ ਜੋ ਕੁਝ ਅਸੀਂ ਦੇਖਿਆ, ਜੋ ਕੀਤਾ, ਜੋ ਸੁਣਿਆ, ਉਹ ਸਾਨੂੰ ਪਤਾ ਹੈ। ਲੇਕਿਨ ਨਵੇਂ ਸਾਲ ਦੇ ਇਸ ਪਹਿਲੇ ਦਿਨ ਦੇ ਵਿੱਚ ਹੋ ਸਕਦਾ ਸਾਡਾ ਇਹ ਅੱਜ ਦਾ ਦਿਨ ਜਿਹੜਾ ਹੈ ਬਹੁਤ ਮੁਬਾਰਕ ਹੋਵੇ ਸਾਰੇ ਸਾਲ ਦੇ ਲਈ। ਪਰ ਜੋ ਅਸੀਂ ਪਿਛਲੇ ਸਾਲ ਦੇ ਵਿੱਚ ਕੀਤਾ ਭੈਣੋ ਭਾਈਓ, ਜੋ ਅਸੀਂ ਪਿਛਲੇ ਸਾਲ ਦੇ ਵਿੱਚ ਪ੍ਰਭੂ ਦੇ ਲਈ ਕੁਛ ਕੀਤਾ, ਤਾਂ ਜ਼ਰੂਰ ਅਸੀਂ ਉਸ ਕੰਮ ਨੂੰ ਹੋਰ ਅੱਗੇ ਵੱਧ ਕੇ ਕਰਨਾ ਹੈ। ਕਿਉਂਕਿ ਹਰ ਦਿਨ ਸਾਨੂੰ ਦਿੱਤਾ ਜਾਂਦਾ ਹੈ, ਜੇ ਇਹ ਦਿਨ ਪ੍ਰਭੂ ਦਾ ਹੈ ਤਾਂ ਇਹ ਦਿਨ ਸਾਨੂੰ ਪ੍ਰਭੂ ਦੇ ਕੰਮ ਕਰਨ ਦੇ ਲਈ ਦਿੱਤਾ ਗਿਆ। ਕਿਉਂਕਿ ਹਰ ਦਿਨ ਅਸੀਂ ਕਿਹੜਾ ਕੰਮ ਕਰੀਏ? ਪ੍ਰਭੂ ਦਾ ਕੰਮ ਕਰੀਏ। ਕਿਉਂਕਿ ਪ੍ਰਭੂ ਨੇ ਸਾਨੂੰ ਦਿਨ ਬਖਸ਼ਿਆ। ਜੇ ਲੋਕ ਇਸ ਦਿਨ ਦੇ ਵਿੱਚ ਨਹੀਂ ਆ ਸਕੇ, ਔਰ ਬਦਕਿਸਮਤ ਉਹ ਲੋਕ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਜਾਣਨ ਤੋਂ ਬਿਨਾਂ ਹੀ ਚਲੇ ਗਏ ਨੇ। ਕਿਉਂਕਿ ਬਾਈਬਲ ਇਹ ਦੱਸਦੀ ਹੈ ਵੀ ਜਿੰਨੇ ਮਸੀਹ ਦੇ ਵਿੱਚ ਹੋ ਕੇ ਜਾਂਦੇ ਨੇ, ਉਹਨਾਂ ਦੇ ਲਈ ਇੱਕ ਆਸ ਹੈ। ਉਹਨਾਂ ਦੇ ਲਈ ਕੀ ਹੈ? ਇੱਕ ਆਸ ਹੈ।
ਹੁਣ ਇਹ ਜਿਹੜਾ ਵਿਸ਼ਵਾਸ ਹੈ ਇਹ ਆਸ ਕੀਤੀਆਂ ਹੋਈਆਂ ਗੱਲਾਂ ਦੇ ਭਰੋਸਾ ਹੈ। ਬੋਲੋ ਹਾਲੇਲੂਇਆ। ਸਾਨੂੰ ਆਸ ਹੈ ਕਿ ਜੇ ਸਾਨੂੰ ਪ੍ਰਭੂ ਨੇ ਦਿਨ ਬਖਸ਼ਿਆ ਹੈ, ਹੋ ਸਕਦਾ ਅੱਜ ਸਾਡੇ ਉਠਾਏ ਜਾਣ ਦਾ ਦਿਨ ਹੋਵੇ, ਹੋ ਸਕਦਾ ਕੁਝ ਪਲਾਂ ਦੇ ਵਿੱਚ ਅਸੀਂ ਉਠਾਏ ਜਾਈਏ, ਕਿਉਂਕਿ ਛਿਨ ਭਰ ਦੇ ਵਿੱਚ ਹੀ ਉਠਾਏ ਜਾਣ ਦੀ ਗੱਲ ਕੀਤੀ ਗਈ ਹੈ। ਔਰ ਅਸੀਂ ਹਮੇਸ਼ਾ ਪ੍ਰਭੂ ਦੇ ਕੰਮ ਵਿੱਚ ਲੱਗੇ ਰਹਿਣਾ ਹੈ। ਪ੍ਰਭੂ ਕਿਤੇ ਵੀ ਸਾਨੂੰ ਆਪਣੇ ਕੋਲ ਬੁਲਾ ਲਵੇ, ਕਿਤੇ ਵੀ ਕਿਹੜੇ ਵੀ ਸਮੇਂ ਬੁਲਾ ਲਵੇ, ਇਸ ਲਈ ਸਾਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਔਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਪ੍ਰਭੂ ਹੁਣ ਵੀ ਆ ਸਕਦਾ। ਹੁਣ ਪ੍ਰਭੂ ਦਾ ਧੰਨਵਾਦ ਹੈ, ਸੰਦੇਸ਼ ਵਿਸ਼ਵਾਸ ਜੋ ਅਸੀਂ ਪ੍ਰਚਾਰਨ ਦੇ ਲਈ ਜਾ ਰਹੇ ਹਾਂ, ਇਹ ਸੰਦੇਸ਼ ਭਾਈ ਬ੍ਰਾਹਨਮ ਨੇ ਪ੍ਰਚਾਰ ਕੀਤਾ 1961 ਦੇ ਵਿੱਚ 13 ਤਰੀਕ 8ਵੇਂ ਮਹੀਨੇ ਦੇ ਵਿੱਚ ਇਹ ਸੰਦੇਸ਼ ਪ੍ਰਚਾਰਿਆ ਗਿਆ। ਇਹਦੇ ਵਿੱਚ ਬਹੁਤ ਗੱਲਾਂ ਅਸੀਂ ਸਿੱਖਣ ਨੂੰ ਦੇਖਦੇ ਹਾਂ। ਹੁਣ ਭਾਈ ਬ੍ਰਾਹਨਮ ਨੇ ਆਖਿਆ, ਤੁਸੀਂ ਆਪਣੇ ਵਿਸ਼ਵਾਸ ਨੂੰ ਕੰਮਾਂ ਦੇ ਵਿੱਚ ਉਪਯੋਗ ਕਰੋ, ਕੰਮਾਂ ਦੇ ਵਿੱਚ ਲੈ ਕੇ ਆਓ। ਤੁਹਾਨੂੰ ਆਪਣੇ ਵਿਸ਼ਵਾਸ ਤੋਂ ਕੰਮ ਲੈਣਾ ਚਾਹੀਦਾ। ਤੁਸੀਂ ਇਹ ਵਿਸ਼ਵਾਸ ਕਰਦੇ ਜੇ ਬਈ ਜੀ ਉੱਠਣਾ ਹੈਗਾ ਤਾਂ ਜ਼ਰੂਰ ਪ੍ਰਭੂ ਯਿਸੂ ਮਸੀਹ ਦੀਆਂ ਉਹਨਾਂ ਗੱਲਾਂ 'ਤੇ ਵਿਸ਼ਵਾਸ ਰੱਖੋ ਜੋ ਪ੍ਰਭੂ ਯਿਸੂ ਮਸੀਹ ਨੇ ਇਸ ਵਚਨ ਦੇ ਵਿੱਚ ਸਾਨੂੰ ਕਹੀਆਂ ਨੇ ਕਿ ਜੇ ਯਿਸੂ ਮਸੀਹ ਜੀ ਉੱਠਿਆ ਤਾਂ ਅਸੀਂ ਵੀ ਜੀ ਉਠਾਂਗੇ। ਆਮੀਨ। ਅਸੀਂ ਵੀ ਕੀ ਹੋਵਾਂਗੇ? ਕਿਉਂਕਿ ਯਿਸੂ ਮਸੀਹ ਜੀ ਉੱਠਿਆ ਔਰ ਉਸੇ ਯਿਸੂ ਮਸੀਹ ਦੇ ਉੱਪਰ ਹੀ ਅਸੀਂ ਵਿਸ਼ਵਾਸ ਕਰਦੇ ਹਾਂ ਜਿਹੜਾ ਜੀ ਉੱਠਿਆ। ਅਸੀਂ ਕਿਸੇ ਮਰਨਹਾਰ ਦੇਹੀ ਤੇ ਵਿਸ਼ਵਾਸ ਨਹੀਂ ਕਰਦੇ, ਅਸੀਂ ਉਸ ਦੇਹੀ ਤੇ ਵਿਸ਼ਵਾਸ ਕਰਦੇ ਹਾਂ ਜਿਹੜੀ ਦੇਹੀ ਨੂੰ ਉਠਾਲਿਆ ਗਿਆ, ਜਿਹੜੀ ਦੇਹੀ ਦੇ ਉੱਪਰ ਕਿਸੇ ਵੀ ਮੌਤ ਨੇ ਕਬਜ਼ਾ ਨਹੀਂ ਕੀਤਾ। ਕੋਈ ਕਬਰ ਸੰਭਾਲ ਨਹੀਂ ਸਕੀ, ਪਤਾਲ ਸੰਭਾਲ ਨਹੀਂ ਸਕਿਆ। ਜੇ ਪ੍ਰਭੂ ਯਿਸੂ ਮਸੀਹ ਜੀ ਉੱਠਿਆ ਭੈਣੋ ਭਾਈਓ, ਤਾਂ ਸਾਨੂੰ ਵੀ ਆਸ ਹੈ ਕਿ ਅਸੀਂ ਵੀ ਜੀ ਉਠਾਂਗੇ। ਕਿਹੜੇ ਸਮੇਂ ਜੀ ਉਠਾਂਗੇ, ਕਿਹੜੀ ਘੜੀ ਜੀ ਉਠਾਂਗੇ, ਭਾਵੇਂ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ, ਭਾਵੇਂ ਅੱਜ ਅਣਦੇਖੇ, ਪਰ ਸਾਡੇ ਕੋਲ ਪ੍ਰਮਾਣ ਹੈ। ਕਿਹੜੀਆਂ ਗੱਲਾਂ ਦਾ? ਅਣਦੇਖ ਗੱਲਾਂ ਦਾ। ਜਿਹੜੀਆਂ ਅਣਦੇਖ ਚੀਜ਼ਾਂ ਨੇ ਉਹਨਾਂ ਦਾ ਸਾਡੇ ਕੋਲ ਪ੍ਰਮਾਣ ਹੈ। ਔਰ ਪ੍ਰਮਾਣ ਕੀ ਹੈ? ਵਿਸ਼ਵਾਸ। ਆਓ ਉਸੇ ਵਿਸ਼ਵਾਸ 'ਤੇ ਅਸੀਂ ਗੱਲ ਕਰਦੇ ਹਾਂ। ਯਿਸੂ ਮਸੀਹ ਵਚਨ ਨੂੰ ਪੂਰਾ ਕਰਨ ਦੇ ਲਈ ਆਇਆ ਸੀਗਾ। ਕੀ ਅਸੀਂ ਸਾਰੇ ਵਿਸ਼ਵਾਸ ਕਰਦੇ ਹਾਂ? ਜੇ ਯਿਸੂ ਮਸੀਹ ਵਚਨ ਨੂੰ ਪੂਰਾ ਕਰਨ ਦੇ ਲਈ ਆਇਆ ਸੀਗਾ ਤੇ ਸਾਨੂੰ ਵੀ ਕੀ ਕਰਨਾ ਚਾਹੀਦਾ ਹੈ? ਵਚਨ ਨੂੰ ਪੂਰਾ ਕਰਨਾ ਚਾਹੀਦਾ। ਜੇ ਯਿਸੂ ਮਸੀਹ ਨੇ ਵਚਨ ਨੂੰ ਪੂਰਾ ਕੀਤਾ ਤਾਂ ਵਚਨ ਨੇ ਯਿਸੂ ਮਸੀਹ ਦੀ ਜ਼ਿੰਦਗੀ ਦੇ ਵਿੱਚ ਵੀ ਆਪਣਾ ਕੰਮ ਪ੍ਰਗਟ ਕੀਤਾ, ਕਿਉਂਕਿ ਜੋ ਯਿਸੂ ਨੇ ਬੋਲਿਆ ਸੀਗਾ ਉਸੇ ਤਰ੍ਹਾਂ ਹੀ ਹੋਇਆ। ਯਿਸੂ ਮਸੀਹ ਦਾ ਬੋਲਿਆ ਹੋਇਆ ਵਚਨ ਕਦੇ ਵੀ ਅਕਾਰਥ ਨਹੀਂ ਗਿਆ, ਕਦੇ ਵਿਅਰਥ ਨਹੀਂ ਗਿਆ, ਕਿਉਂਕਿ ਜਿਹੜਾ ਉਹਦਾ ਵਚਨ ਬੋਲਿਆ ਜਾਂਦਾ ਉਹ ਹਮੇਸ਼ਾ ਹੀ ਆਪਣਾ ਕੰਮ ਕਰਕੇ ਪਿੱਛੇ ਆਉਂਦਾ। ਉਨੀ ਦੇਰ ਵਾਪਸ ਨਹੀਂ ਆਉਂਦਾ ਜਿੰਨੀ ਦੇਰ ਉਹ ਕੰਮ ਨੂੰ ਕਰ ਨਾ ਲਵੇ। ਅਸੀਂ ਜਾਣਦੇ ਆ ਭੈਣੋ ਭਾਈਓ ਕਿ ਯਿਸੂ ਮਸੀਹ ਜੀ ਉੱਠਿਆ। ਜਦੋਂ ਯਿਸੂ ਮਸੀਹ ਆਪਣੇ ਜੀ ਉੱਠਣ ਦੀਆਂ ਗੱਲਾਂ ਚੇਲਿਆਂ ਨਾਲ ਕਰਦਾ ਤਾਂ ਚੇਲੇ ਕੋਈ ਸਮੇਂ ਲਈ ਥੋੜੇ ਜਿਹੇ ਸੋਚਣ ਲੱਗ ਜਾਂਦੇ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਪਰ ਜਦੋਂ ਹੀ ਜੀ ਉੱਠਣਾ ਹੋ ਗਿਆ, ਜੋ ਯਿਸੂ ਮਸੀਹ ਨੇ ਕਿਹਾ ਸੀਗਾ ਉਹ ਗੱਲਾਂ ਚੇਤੇ ਆਈਆਂ। ਵਾਕਈ ਯਿਸੂ ਮਸੀਹ ਨੇ ਕਿਹਾ ਸੀ ਨਾ ਵੀ ਮਨੁੱਖ ਦਾ ਪੁੱਤਰ ਧਰਤੀ ਦੇ ਉੱਪਰ ਕੀਤਾ ਜਾਵੇਗਾ, ਜਿਵੇਂ ਮੂਸਾ ਨੇ ਸੱਪ ਨੂੰ ਉੱਪਰ ਕੀਤਾ, ਮਨੁੱਖ ਦਾ ਪੁੱਤਰ ਵੀ ਉੱਚਾ ਕੀਤਾ ਜਾਵੇਗਾ। ਜਦੋਂ ਉਹ ਗੱਲਾਂ ਆਈਆਂ ਵਾਪਰੀਆਂ ਤਾਂ ਚੇਲਿਆਂ ਨੂੰ ਝੱਟ ਪ੍ਰਭੂ ਯਿਸੂ ਮਸੀਹ ਦੇ ਵਚਨ ਯਾਦ ਆਇਆ ਵੀ ਯਿਸੂ ਮਸੀਹ ਜਦੋਂ ਗੱਲ ਕਹਿ ਰਿਹਾ ਸੀ ਨਾ, ਭਾਵੇਂ ਸਾਨੂੰ ਉਦੋਂ ਸਮਝ ਨਹੀਂ ਲੱਗੀ ਸੀ, ਪਰ ਜੋ ਕਹਿ ਰਿਹਾ ਸੀ ਨਾ ਅੱਜ ਅਸੀਂ ਦੇਖ ਰਹੇ ਹਾਂ ਵੀ ਵਚਨ ਕੀ ਹੋ ਗਿਆ? ਪੂਰਾ ਹੋ ਗਿਆ। ਹੁਣ ਅਸੀਂ ਦੇਖਦੇ ਹਾਂ ਭੈਣੋ ਭਾਈਓ, ਜਦੋਂ ਯਿਸੂ ਮਸੀਹ
ਆਪਣੇ ਵਚਨ ਦੀਆਂ ਗੱਲਾਂ ਕਰਦਾ ਸੀਗਾ, ਜੋ ਵੀ ਵਚਨ ਦੇ ਵਿੱਚ ਲਿਖਿਆ ਹੋਇਆ ਸੀਗਾ, ਪੁਰਾਣੇ ਨਿਯਮ ਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਸੀਗਾ, ਯਿਸੂ ਮਸੀਹ ਦੇ ਵਿੱਚ ਆ ਕੇ ਉਹ ਗੱਲਾਂ ਪੂਰੀਆਂ ਹੋਈਆਂ ਜੋ ਨਬੀਆਂ ਨੇ ਕਹੀਆਂ, ਨਬੀਆਂ ਦੇ ਰਾਹੀਂ ਪਰਮੇਸ਼ਰ ਨੇ ਬੋਲਿਆ। ਸਾਰੀਆਂ ਗੱਲਾਂ ਯਿਸੂ ਮਸੀਹ ਦੇ ਵਿੱਚ ਆਣ ਕੇ ਕੀ ਹੋ ਗਈਆਂ? ਪੂਰੀਆਂ ਹੋ ਗਈਆਂ। ਔਰ ਯਿਸੂ ਮਸੀਹ ਵਚਨ ਨੂੰ ਪੂਰਾ ਕਰਨ ਦੇ ਲਈ ਹੀ ਆਇਆ ਸੀਗਾ, ਕਿਉਂਕਿ ਜਦ ਯਿਸੂ ਮਸੀਹ ਸਲੀਬ ਤੇ ਹੈ, ਉਸਨੇ ਕਿਹਾ ਵੀ ਕੀ ਹੋਇਆ? ਪੂਰਾ ਹੋਇਆ। ਕੀ ਪੂਰਾ ਹੋਇਆ? ਜੋ ਪਰਮੇਸ਼ਰ ਦਾ ਵਚਨ ਹੈ, ਜੋ ਵੀ ਕਿਹਾ ਗਿਆ ਬਾਈਬਲ ਦੇ ਵਿੱਚ, ਉਹ ਸਭ ਕੁਝ ਪੂਰਾ ਹੋ ਗਿਆ। ਯਿਸੂ ਮਸੀਹ ਦੇ ਵਿੱਚ ਸਾਰੀਆਂ ਗੱਲਾਂ ਪੂਰੀਆਂ ਹੋ ਗਈਆਂ। ਹੁਣ ਭੈਣੋ ਭਾਈਓ, ਅਸੀਂ ਦੇਖਦੇ ਹਾਂ ਜਦੋਂ ਯਿਸੂ ਮਸੀਹ ਸਲੀਬ ਤੇ ਚੜਾਏ ਗਏ, ਯਿਸੂ ਮਸੀਹ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਮੈਨੂੰ ਸਲੀਬ ਤੇ ਚੜਾਇਆ ਜਾਵੇਗਾ, ਇਹ ਲੋਕ ਸਲੀਬ ਤੇ ਚੜਾ ਦੇਣਗੇ, ਪਰ ਮੇਰਾ ਜੋ ਕੰਮ ਹੈ, ਮੈਂ ਤੀਸਰੇ ਦਿਨ ਜੀ ਉਠਾਂਗਾ। ਮੈਂ ਤੀਸਰੇ ਦਿਨ ਕੀ ਹੋਵਾਂਗਾ? ਔਰ ਪਹਿਲਾਂ ਜਦੋਂ ਯਿਸੂ ਮਸੀਹ ਗੱਲਾਂ ਕਹਿ ਰਿਹਾ ਸੀ, ਉਹ ਚਿੰਨ੍ਹ ਮੰਗ ਰਹੇ ਸੀਗੇ, ਨਿਸ਼ਾਨ ਮੰਗ ਰਹੇ ਸੀਗੇ। ਔਰ ਯਿਸੂ ਮਸੀਹ ਕਹਿ ਰਿਹਾ ਸੀਗਾ ਵੀ ਇਹਨਾਂ ਨੂੰ ਹੁਣ, ਕਿਉਂਕਿ ਇਹ ਪੀੜ੍ਹੀ ਨਿਸ਼ਾਨ ਮੰਗਦੀ ਏ, ਇਸ ਪੀੜ੍ਹੀ ਨੂੰ ਯੂਨਾਹ ਤੋਂ ਬਿਨਾਂ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ। ਜਿਸ ਤਰ੍ਹਾਂ ਯੂਨਾਹ ਮਛਲੀ ਦੇ ਪੇਟ ਵਿੱਚ 3 ਦਿਨ 3 ਰਾਤਾਂ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਧਰਤੀ ਤੇ ਹੇਠਾਂ 3 ਦਿਨ ਤੇ 3 ਰਾਤਾਂ ਰਹੇਗਾ, ਤੇ ਫਿਰ ਤੀਸਰੇ ਦਿਨ ਜੀ ਉੱਠੇਗਾ। ਯਿਸੂ ਮਸੀਹ ਗੱਲਾਂ ਕਹਿ ਰਹੀ, ਉਸ ਸਮੇਂ ਉਹਨਾਂ ਦੇ ਕੋਈ ਪਸੰਦ ਆਉਂਦੀਆਂ ਹੋਣਗੀਆਂ, ਕਿਸੇ ਦੇ ਨਹੀਂ ਆਉਂਦੀਆਂ ਹੋਣਗੀਆਂ, ਕਿਸੇ ਨੂੰ ਵਿਸ਼ਵਾਸ ਹੋਏਗਾ, ਕਿਸੇ ਨੂੰ ਨਹੀਂ ਹੋਏਗਾ। ਪਰ ਜਦੋਂ ਹੀ ਗੱਲਾਂ ਵਾਪਰੀਆਂ, ਜਦੋਂ ਉਸੇ ਤਰ੍ਹਾਂ ਹੀ ਗੱਲਾਂ ਹੋਈਆਂ, ਤਾਂ ਉਹਨਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਜਿਨ੍ਹਾਂ ਲੋਕਾਂ ਦੇ ਸਾਹਮਣੇ ਗੱਲਾਂ ਕੀਤੀਆਂ ਗਈਆਂ ਸੀਗੀਆਂ। ਅੱਜ ਵੀ ਕਈ ਲੋਕਾਂ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੈ ਵੀ ਸਾਡਾ ਵੀ ਜੀ ਉੱਠਣਾ ਹੋ ਸਕਦਾ, ਸਾਡਾ ਵੀ ਜੀ ਉੱਠਣਾ ਹੋ ਸਕਦਾ। ਅੱਜ ਕਈਆਂ ਨੂੰ ਵਿਸ਼ਵਾਸ ਨਹੀਂ ਹੈ, ਕਿਉਂਕਿ ਇਹ ਗੱਲ ਕਈਆਂ ਦੇ ਦਿਖਣ ਦੇ ਵਿੱਚ ਨਹੀਂ ਆ ਰਹੀ। ਜਿਹੜੀ ਗੱਲ ਦਿਖਣ ਦੇ ਵਿੱਚ ਨਹੀਂ ਆ ਰਹੀ, ਉਸੇ ਗੱਲ ਤੇ ਸਾਡਾ ਵਿਸ਼ਵਾਸ ਹੈ, ਸਾਡੀ ਆਸ ਹੈ। ਜਿਹੜੀਆਂ ਗੱਲਾਂ ਅਸੀਂ ਨਹੀਂ ਵੇਖਦੇ, ਅਸੀਂ ਵਿਸ਼ਵਾਸ ਕਰਦੇ ਹਾਂ ਵੀ ਗੱਲਾਂ ਹੋਣਗੀਆਂ। ਜੇ ਯਿਸੂ ਮਸੀਹ ਦਾ ਜੀ ਉੱਠਣਾ ਆਇਆ, ਤੇ ਸਾਨੂੰ ਵੀ ਜੀ ਉੱਠਣ ਦੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਅਸੀਂ ਵੀ ਜੀ ਉੱਠਾਂਗੇ, ਸਾਡਾ ਵੀ ਉਠਾਇਆ ਜਾਣਾ ਹੋਵੇਗਾ, ਪਰ ਸਾਨੂੰ ਇਹਦੇ ਲਈ ਕੀ ਕਰਨਾ ਪਵੇਗਾ? ਵਿਸ਼ਵਾਸ ਕਰਨਾ ਪਵੇਗਾ, ਕਿਉਂਕਿ ਯਿਸੂ ਨੇ ਕਿਹਾ ਜਦੋਂ ਮੈਂ ਆਵਾਂਗਾ ਕਿ ਇਸੇ ਤਰ੍ਹਾਂ ਦਾ ਵਿਸ਼ਵਾਸ ਪਾਵਾਂਗਾ। ਅੱਜ ਸਾਡੇ ਕੋਲ ਉਸ ਤਰ੍ਹਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ? ਜੀ ਉੱਠਣ ਵਾਲਾ ਵਿਸ਼ਵਾਸ। ਪ੍ਰਭੂ ਤੁਹਾਨੂੰ ਬਰਕਤ ਦੇਵੇ, ਆਸ਼ੀਸ਼ ਦੇਵੇ। ਆਓ ਕੁਝ ਗੱਲਾਂ ਬਾਈਬਲ ਦੇ ਵਿੱਚ ਦੇਖਦੇ ਹਾਂ। ਯਿਸੂ ਮਸੀਹ ਧਰਤੀ ਤੇ ਜਿਹੜੀਆਂ ਗੱਲਾਂ ਕਹਿ ਰਿਹਾ ਸੀਗੀਆਂ ਪੂਰੀਆਂ ਹੋਈਆਂ। ਯਿਸੂ ਮਸੀਹ ਕਬਰ ਦੇ ਵਿੱਚ ਰੱਖਿਆ ਗਿਆ। ਕਿੱਥੇ ਰੱਖਿਆ ਗਿਆ? ਕਬਰ ਦੇ ਵਿੱਚ ਰੱਖਿਆ ਗਿਆ। ਹੁਣ ਆਪਾਂ ਜਾਣਦੇ ਹਾਂ ਜਦੋਂ ਯਿਸੂ ਮਸੀਹ ਨੂੰ ਕਬਰ ਦੇ ਵਿੱਚ ਰੱਖਿਆ ਗਿਆ, ਕਬਰ ਦੇ ਵਿੱਚ ਯਿਸੂ ਮਸੀਹ ਦਾ ਸਰੀਰ ਸੀਗਾ, ਔਰ ਜਿਹੜਾ ਪ੍ਰਾਣ ਸੀਗਾ ਉਹ ਨੀਚੇ ਚਲਾ ਗਿਆ ਪਤਾਲ ਦੇ ਵਿੱਚ। ਪ੍ਰਾਣ ਕਿੱਥੇ ਚਲਾ ਗਿਆ? ਪਤਾਲ ਦੇ ਵਿੱਚ ਚਲਾ ਗਿਆ। ਔਰ ਯਿਸੂ ਮਸੀਹ ਦਾ ਜਿਹੜਾ ਆਤਮਾ ਸੀਗਾ, ਉਹਨੇ ਸਲੀਬ ਤੇ ਜਦੋਂ ਸੀਗਾ ਉਦੋਂ ਕਹਿ ਦਿੱਤਾ ਸੀਗਾ, ਹੇ ਪਿਤਾ ਮੈਂ ਆਪਣਾ ਤੇਰੇ ਹੱਥ ਵਿੱਚ ਸੌਂਪਦਾ ਹਾਂ। ਬੋਲੋ ਹਾਲੇਲੂਇਆ। ਇਹ ਸਾਰੀਆਂ ਗੱਲਾਂ ਅਸੀਂ ਧਿਆਨ ਦੇ ਨਾਲ ਸਿੱਖਣੀਆਂ ਨੇ। ਯਿਸੂ ਮਸੀਹ ਦਾ ਸਰੀਰ ਕਬਰ ਦੇ ਵਿੱਚ, ਪ੍ਰਾਣ ਪਤਾਲ ਦੇ ਵਿੱਚ, ਔਰ ਆਤਮਾ ਪਰਮੇਸ਼ਰ ਦੇ ਕੋਲ। ਕਿਉਂ ਪਰਮੇਸ਼ਰ ਦੇ ਕੋਲ ਹੈ? ਕਿਉਂਕਿ ਪਰਮੇਸ਼ਰ ਦੇ ਕੋਲ ਯਿਸੂ ਮਸੀਹ ਆਇਆ ਸੀਗਾ, ਤੇ ਪਰਮੇਸ਼ਰ ਕੀ ਹੈ? ਆਤਮਾ ਹੈ। ਲੱਗੀ ਸਾਰਿਆਂ ਨੂੰ ਸਮਝ? ਹੁਣ ਇਹ ਗੱਲਾਂ ਜਿਹੜੀਆਂ ਯਿਸੂ ਮਸੀਹ ਨੇ ਕਹੀਆਂ ਸੀਗੀਆਂ, ਉਸੇ ਤਰ੍ਹਾਂ ਹੀ ਹੋਣਾ ਸੀਗਾ। ਯਿਸੂ ਮਸੀਹ ਜਦੋਂ ਕਬਰ ਦੇ ਵਿੱਚ ਸਰੀਰ ਹੈ, ਤੇ ਪ੍ਰਾਣ ਕਿਉਂ ਪਤਾਲ ਦੇ ਵਿੱਚ ਗਿਆ? ਆਓ ਕੁਝ ਗੱਲਾਂ ਅਸੀਂ ਦੇਖਦੇ ਹਾਂ। ਆਓ ਬਾਈਬਲ ਵਿੱਚ ਅਸੀਂ ਪਹਿਲਾ ਪਤਰਸ 3 ਅਧਿਆਇ ਦੇ ਵਿੱਚ ਚੱਲਦੇ ਹਾਂ। ਯਿਸੂ ਮਸੀਹ ਦਾ ਪ੍ਰਾਣ ਜਿਹੜਾ ਸੀਗਾ ਉਹ ਪਤਾਲ ਵਿੱਚ ਚਲਾ ਗਿਆ, ਸਰੀਰ ਕਬਰ ਦੇ ਵਿੱਚ, ਆਤਮਾ ਉੱਪਰ ਹੈ। ਆਓ ਕੁਝ ਗੱਲਾਂ ਅਸੀਂ ਪੜ੍ਹਦੇ ਹਾਂ ਔਰ ਸਿੱਖਦੇ ਹਾਂ ਇਹਨਾਂ ਗੱਲਾਂ ਤੋਂ।
ਆਓ ਅਸੀਂ ਪਹਿਲਾ ਅਧਿਆਏ ਪਤਰਸ 3 ਅਧਿਆਏ 18 ਐਤ ਨੂੰ ਪੜ੍ਹਦੇ ਹਾਂ। 18 ਐਤ ਤੋਂ ਅੱਗੇ ਪੜ੍ਹਦੇ ਹਾਂ। ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਪਿੱਛੇ ਦੁੱਖ ਝੱਲਿਆ, ਅਰਥਾਤ ਧਰਮੀ ਅਤੇ ਕੁਧਰਮੀ ਦੇ ਲਈ, ਭਾਈ ਉਹ ਸਾਨੂੰ ਪਰਮੇਸ਼ਵਰ ਦੇ ਕੋਲ ਪਹੁੰਚਾਵੇ। ਸਾਰੇ ਬੋਲੋ ਹਾਲੇਲੂਇਆ। ਮਸੀਹ ਨੇ ਵੀ ਕੀ ਝੱਲਿਆ? ਦੁੱਖ ਝੱਲਿਆ ਭਾਈ। ਕਾਹਦੇ ਲਈ ਦੁੱਖ ਝੱਲਿਆ? ਜੋ ਸਾਨੂੰ ਵੀ ਪਰਮੇਸ਼ਰ ਕੋਲ ਪਹੁੰਚਾਵੇ। ਜਿਹੜੇ ਦੁੱਖ ਅਸੀਂ ਝੱਲਣੇ ਸੀਗੇ, ਜਿਹੜੇ ਦੁੱਖਾਂ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਸੀਗਾ, ਤੇ ਉਹ ਦੁੱਖ ਪਰਮੇਸ਼ਰ ਨੇ ਝੱਲੇ। ਬੋਲੋ ਹਾਲੇਲੂਇਆ। ਲੱਗੀ ਸਾਰਿਆਂ ਨੂੰ ਸਮਝ? ਪ੍ਰਭੂ ਤੁਹਾਨੂੰ ਬਰਕਤ ਦੇ ਭੈਣੋ ਭਾਈ। ਅਸੀਂ ਦੇਖਦੇ ਹਾਂ ਆਓ ਅਸੀਂ ਪੜ੍ਹਦੇ ਹਾਂ 18 ਤੋਂ ਦੁਬਾਰਾ ਪੜ੍ਹੋ। ਪਹਿਲਾ ਪਤਰਸ 3 ਦੀ 18। ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਪਿੱਛੇ ਦੁੱਖ ਝੱਲਿਆ, ਹਾਂਜੀ, ਅਰਥਾਤ ਧਰਮੀਆਂ ਅਤੇ ਕੁਧਰਮੀਆਂ ਦੇ ਲਈ, ਹਾਂਜੀ, ਭਾਈ ਉਹ ਸਾਨੂੰ ਪਰਮੇਸ਼ਵਰ ਦੇ ਕੋਲ ਪਹੁੰਚਾਵੇ। ਹਾਂਜੀ। ਉਹ ਤਾਂ ਸਰੀਰ ਕਰਕੇ ਮਾਰਿਆ ਗਿਆ। ਕਾਹਦੇ ਕਰਕੇ ਮਾਰਿਆ ਗਿਆ? ਹਰ ਸਰੀਰ ਜੋ ਧਰਤੀ ਤੇ ਹੈ ਇਹ ਮਾਰਿਆ ਜਾਣਾ। ਹਰ ਧਰਤੀ ਤੇ ਜਿਹੜਾ ਸਰੀਰ ਹੈ ਉਹ ਕੀ ਹੋਵੇਗਾ? ਪਰ ਪ੍ਰਭੂ ਯਿਸੂ ਮਸੀਹ ਦਾ ਸਰੀਰ ਸਾਡੇ ਲਈ ਮਾਰਿਆ ਗਿਆ, ਕਿਉਂਕਿ ਸਾਡਾ ਸਰੀਰ ਸੀਗਾ ਜਿਹੜਾ ਇੱਥੇ ਮਾਰਿਆ ਜਾਣਾ ਸੀਗਾ। ਹਾਂਜੀ। ਪਰ ਆਤਮਾ ਕਰਕੇ ਸਰੀਰ ਕਰਕੇ ਤਾਂ ਮਾਰਿਆ ਗਿਆ, ਪਰ ਆਤਮਾ ਕਰਕੇ, ਸਰੀਰ ਕਰਕੇ ਤਾਂ ਜਿੰਨੇ ਅਸੀਂ ਇੱਥੇ ਬੈਠੇ ਹਾਂ ਅਸੀਂ ਵੀ ਹੋ ਸਕਦਾ ਮਾਰੇ ਜਾਈਏ। ਜੇ ਜਿਉਂਦੇ ਹੋਵਾਂਗੇ ਤਾਂ ਬਦਲ ਜਾਵਾਂਗੇ। ਪਰ ਪ੍ਰਭੂ ਦਾ ਧੰਨਵਾਦ ਹੈ, ਅਸੀਂ ਹੁਣ ਇਸ ਗੱਲ ਤੇ ਵਿਸ਼ਵਾਸ ਕਰਦੇ ਹਾਂ, ਜੋ ਯਿਸੂ ਮਸੀਹ ਨੇ ਕਿਹਾ ਹੈ ਨਾ, ਉਹ ਕਰਕੇ ਵੀ ਦਿਖਾਇਆ। ਜੇ ਹੋਇਆ, ਜੇ ਯਿਸੂ ਮਸੀਹ ਦੀ ਜ਼ਿੰਦਗੀ ਦੇ ਵਿੱਚ ਇਹ ਹੋਇਆ, ਉਹਦੇ ਸਫ਼ਰ ਦੇ ਵਿੱਚ ਹੋਇਆ, ਤਾਂ ਸਾਡੇ ਜ਼ਿੰਦਗੀ ਦੇ ਵਿੱਚ, ਸਾਡੇ ਸਫ਼ਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਵੇਗਾ। ਆਓ ਅੱਗੇ ਪੜ੍ਹਦੇ ਹਾਂ। ਜਿਹਦੇ ਵਿੱਚ ਹੋ ਕੇ ਉਹਨੇ ਸਾਨੂੰ ਉਹਨਾਂ ਆਤਮਿਆਂ ਦੇ ਕੋਲ ਜਿਹੜੇ ਕੈਦ ਵਿੱਚ ਸਨ ਜਾ ਕੇ ਮਨਾਦੀ ਕੀਤੀ, ਜਿਹੜੇ ਪਿਛਲੇ ਸਮੇਂ ਅਨਾਗਿਆਕਾਰੀ ਸਨ। ਇਹ ਹੁਣ ਪ੍ਰਾਣ ਹੈ ਜਿਹੜਾ ਥੱਲੇ ਗਿਆ ਚਲਾ। ਹਾਂਜੀ। ਜਿਸ ਵੇਲੇ ਪਰਮੇਸ਼ਰ ਨੂਹ ਦੇ ਦਿਨੀ ਧੀਰਜ ਨਾਲ ਉਡੀਕ ਕਰਦਾ ਸੀ। ਪਰਮੇਸ਼ਰ ਉਡੀਕ ਕਰ ਰਿਹਾ ਸੀਗਾ ਧੀਰਜ ਦੇ ਨਾਲ। ਪਰਮੇਸ਼ਰ ਉਡੀਕ ਕਰ ਰਿਹਾ ਸੀਗਾ ਧੀਰਜ ਦੇ ਨਾਲ। ਔਰ ਅਨਾਗਿਆਕਾਰੀ ਦੇ ਜਿਹੜੇ ਲੋਕ ਸੀਗੇ ਉਸ ਸਮੇਂ, ਪਰਮੇਸ਼ਰ ਵੀ ਧੀਰਜ ਕਰ ਰਿਹਾ ਹੈ, ਕਿਉਂਕਿ ਉਹਨਾਂ ਨੇ ਉਸ ਸਮੇਂ ਤੌਬਾ ਨਹੀਂ ਕੀਤੀ ਸੀਗੀ। ਉਹਨਾਂ ਨੇ ਉਸ ਸਮੇਂ ਆਪਣੇ ਕੰਮਾਂ ਦੀ, ਆਪਣੇ ਪਾਪਾਂ ਦੀ ਮਾਫੀ ਨਹੀਂ ਮੰਗੀ ਸੀਗੀ। ਹੁਣ ਪਰਮੇਸ਼ਰ ਜੋ ਗੱਲਾਂ ਇੱਥੇ ਕਹਿ ਰਿਹਾ ਨਾ, ਅਸੀਂ ਇੱਥੇ ਧਿਆਨ ਦੇਣਾ ਹੈ। ਯਿਸੂ ਮਸੀਹ ਦਾ ਪ੍ਰਾਣ ਪਤਾਲ ਵਿੱਚ ਗਿਆ। ਅੱਗੇ ਪੜ੍ਹੀਏ। ਜਿਸ ਵੇਲੇ ਉਹ ਪਰਮੇਸ਼ਰ ਨੂਹ ਦੇ ਦਿਨੀ ਧੀਰਜ ਨਾਲ ਉਡੀਕ ਕਰਦਾ ਸੀ। ਹਾਂਜੀ। ਜਦੋਂ ਕਿਸ਼ਤੀ ਤਿਆਰ ਹੁੰਦੀ ਪਈ ਸੀ। ਜਦੋਂ ਕਿਸ਼ਤੀ ਤਿਆਰ ਹੋ ਰਹੀ ਸੀਗੀ, ਜਿਹਦੇ ਵਿੱਚ ਥੋੜੇ ਅਰਥਾਤ 8 ਜਣੇ, ਜਿਹਦੇ ਵਿੱਚ ਥੋੜੇ ਅਰਥਾਤ ਕਿੰਨੇ ਜਣੇ ਸੀਗੇ? 8 ਕੁ ਜਣੇ ਬਚੇ। ਬੋਲੋ ਹਾਲੇਲੂਇਆ। ਹੁਣ ਭੈਣੋ ਭਾਈਓ, ਇਹ 8 ਜਣੇ ਕਿਉਂ ਬਚੇ? ਕਿਉਂਕਿ ਜਦੋਂ ਯਿਸੂ ਮਸੀਹ ਇਹ ਗੱਲ ਇਸ ਜਗ੍ਹਾ ਤੇ ਪੂਰੀ ਕਰ ਰਿਹਾ ਨਾ, ਤੇ ਪਤਰਸ ਉਸ ਗੱਲ ਨੂੰ ਬਿਆਨ ਕਰ ਰਿਹਾ ਜੋ ਪਿਛਲੇ ਸਮੇਂ ਨੂਹ ਦੇ ਸਮੇਂ ਹੋਇਆ ਸੀਗਾ। ਨੂਹ ਦੇ ਸਮੇਂ ਦਾ ਪ੍ਰਚਾਰ ਇਸ ਜਗ੍ਹਾ ਤੇ ਯਾਦ ਕੀਤਾ ਜਾ ਰਿਹਾ ਹੈ। ਤਾਂ ਅਸੀਂ ਦੇਖਦੇ ਹਾਂ, ਜਦੋਂ ਨੂਹ ਨੂੰ ਕਿਸ਼ਤੀ ਬਣਾਉਣ ਦੇ ਲਈ ਕਿਹਾ ਗਿਆ, ਤਾਂ ਨੂਹ ਨੂੰ ਕਿਹਾ ਗਿਆ ਵੀ ਤੂੰ ਇਸ ਕਿਸ਼ਤੀ ਨੂੰ ਬਣਾ, ਕਿਉਂਕਿ ਲੋਕਾਂ ਦਾ ਪਾਪ ਬਹੁਤ ਵੱਧ ਗਿਆ, ਮੈਂ ਇਹਨਾਂ ਨੂੰ ਨਾਸ਼ ਕਰਨ ਦੇ ਲਈ ਜਾ ਰਿਹਾ, ਪਰ ਤੂੰ ਕਿਸ਼ਤੀ ਬਣਾ, ਤੂੰ, ਤੇਰੇ ਪੁੱਤਰ, ਤੇਰੀਆਂ ਨੂੰਹਾਂ, ਤੇਰੀ ਪਤਨੀ ਇਸ ਕਿਸ਼ਤੀ ਦੇ ਅੰਦਰ ਚਲੇ ਜਾਣ। ਕਿਸੇ ਹੋਰ ਦਾ ਨਾਂ ਹੀ ਨਹੀਂ ਲਿਆ। ਬੋਲੋ ਹਾਲੇਲੂਇਆ। ਕਿੰਨੇ ਜਣੇ ਸੀਗੇ ਮੈਂਬਰ? 8 ਜਣੇ। 8 ਮੈਂਬਰਾਂ ਦਾ ਹੀ ਨਾਂ ਲਿਆ ਗਿਆ। ਪਰਮੇਸ਼ਰ ਨੇ ਕਿਹਾ ਸੀਗਾ ਤੂੰ, ਤੇਰੇ ਪੁੱਤਰ, ਤੇਰੀਆਂ ਨੂੰਹਾਂ, ਤੇਰੀ ਪਤਨੀ ਕਿਸ਼ਤੀ ਦੇ ਅੰਦਰ ਚਲੇ ਜਾਓ। ਹੁਣ ਭੈਣੋ ਭਾਈ, ਅਸੀਂ ਇੱਥੇ ਪੜ੍ਹ ਰਹੇ ਹਾਂ ਵੀ ਪਤਰਸ ਵੀ ਕਹਿ ਰਿਹਾ ਵੀ 8 ਜਣੇ ਬਚਾਏ ਗਏ।
ਔਰ ਅਸੀਂ ਦੇਖਦੇ ਹਾਂ ਜੋ ਪਰਮੇਸ਼ਰ ਨੇ ਕਿਹਾ ਹੈ ਨਾ ਉਸੇ ਤਰ੍ਹਾਂ ਹੀ ਹੋਇਆ ਹੈ। ਜਿੰਨਿਆਂ ਨੂੰ ਕਿਸ਼ਤੀ ਦੇ ਵਿੱਚ ਜਾਣ ਦੇ ਲਈ ਕਿਹਾ ਸੀਗਾ ਓਨੇ ਹੀ ਬਚੇ ਨੇ। ਹੁਣ ਉਸ ਪੋਥੀ ਦੇ ਵਿੱਚ ਉਸ ਕਿਸ਼ਤੀ ਦੇ ਅੰਦਰ 8 ਜਾਣਿਆਂ ਦਾ ਨਾਮ ਲਿਖਿਆ ਗਿਆ ਸੀਗਾ ਜਿਨ੍ਹਾਂ ਦੀ ਪਰਮੇਸ਼ਰ ਰਾਖੀ ਕਰ ਰਿਹਾ ਸੀਗਾ। ਉਹਨਾਂ ਦਾ ਛੁਟਕਾਰਾ ਉਸ ਕਿਸ਼ਤੀ ਦੇ ਅੰਦਰ ਸੀਗਾ, ਉਹਨਾਂ ਦੀ ਸੇਫਟੀ ਕਿਸ਼ਤੀ ਦੇ ਅੰਦਰ ਸੀਗੀ, ਕਿਉਂਕਿ ਪਰਮੇਸ਼ਰ ਨੇ ਕਿਹਾ ਸੀਗਾ ਵੀ ਤੁਸੀਂ ਕਿਸ਼ਤੀ ਦੇ ਅੰਦਰ ਚਲੇ ਜਾਇਆ ਜੇ। ਇਸੇ ਤਰ੍ਹਾਂ ਭੈਣੋ ਭਾਈਓ ਉਸ ਪੋਥੀ ਵਿੱਚ ਉਹਨਾਂ 8 ਜਾਣਿਆਂ ਦਾ ਨਾਮ ਲਿਖਿਆ ਸੀਗਾ ਤੇ ਅਸੀਂ ਆਪਣੀ ਜ਼ਿੰਦਗੀ ਦੀ ਝਾਤ ਮਾਰੀਏ ਕਿ ਸਾਡਾ ਵੀ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਨਾਮ ਲਿਖਿਆ ਹੈ ਕਿ ਨਹੀਂ ਲਿਖਿਆ। ਜੇ ਤਾਂ ਉਹਦੀ ਪੋਥੀ ਦੇ ਵਿੱਚ ਨਾਮ ਲਿਖਿਆ ਹੋਇਆ ਤੇ ਫਿਰ ਪੂਰਾ ਵਿਸ਼ਵਾਸ ਕਰੀਏ ਅਸੀਂ ਬਚ ਨਿਕਲਾਂਗੇ। ਸਾਡਾ ਵੀ ਉਠਾਇਆ ਜਾਣਾ ਹੋਵੇਗਾ। ਜੇ ਯਿਸੂ ਮਸੀਹ ਉਠਾਇਆ ਗਿਆ, ਉਹਨੂੰ ਜਿਵਾਲਿਆ ਗਿਆ, ਤਾਂ ਸਾਨੂੰ ਵੀ ਕੀ ਕਰੇਗਾ? ਸਾਨੂੰ ਵੀ ਜਿਵਾਲੇਗਾ। ਕਿਉਂਕਿ ਪ੍ਰਭੂ ਆਪਣੇ ਵਾਅਦਿਆਂ ਦਾ ਮੱਠਾ ਨਹੀਂ ਹੈ, ਪ੍ਰਭੂ ਆਪਣੇ ਵਾਅਦਿਆਂ ਦਾ ਸੱਚਾ ਪਰਮੇਸ਼ਰ ਹੈ। ਉਸ ਸਮੇਂ ਅਨਾਗਿਆਕਾਰੀ ਲੋਕ ਸੀਗੇ, ਪਾਪਾਂ ਦੇ ਭਰੇ ਸੀਗੇ, ਉਹਨਾਂ ਨੇ ਤੌਬਾ ਨਹੀਂ ਕੀਤੀ, ਪਰ ਪਰਮੇਸ਼ਰ ਨੇ ਧੀਰਜ ਕੀਤਾ। ਪਰਮੇਸ਼ਰ ਨੇ ਧੀਰਜ ਕੀਤਾ ਕਿਉਂਕਿ ਪਰਮੇਸ਼ਰ ਜਾਣਦਾ ਸੀਗਾ ਵੀ ਇਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਵੀ ਮੇਰਾ ਧਰਤੀ ਤੇ ਆਉਣਾ ਬੜਾ ਜ਼ਰੂਰੀ ਹੈ। और परमेश्वर यीशु मसीह बन के धरती ते आया, मारिया गया और पताल दे विच जाके इन्हां दे अगे प्रचार किया क्या कि मैं उही परमेश्वर हाँ। उन्हां दा भी छुटकारा किया जिहड़े कैद दे विच सीगे। हुण प्रभु काम कर रहा है, बोलो हालेलुया। मरण तो बाद भी की कर रहा है? काम कर रहा है। और इस तरह ही सानू एक आस है, सानू विश्वास है कि जद भी साडा उठाया जाना होगा असी अनंतता दे विच चले जावांगे। साडे कोल अनंत जीवन होएगा, इस तरह खुशियां भरिया असी भी खुश रवांगे, सदा सदा लई खुश रवांगे। यीशु मसीह दा प्राण चला गया उस पताल दे विच मनादी करन दे लई, शरीर कबर दे विच, और जब उन्हें कैदियों को जाके गवाही दी, प्रचार किया, उस समय वो लोग बड़े हैरान होए होणगे, बड़े खुश होए होणगे कि साडा भी छुटकारा आ गया है, साडा भी उठाया जाना आ गया है। आप ज़्यादा वचन दे विच नहीं देखांगे क्योंकि समा बहुत लगेगा, क्योंकि जो यीशु मसीह सलीब ते सीगे आप देखते हैं उस जगह ते कई लोथां उठाइया गई सी, कबरां खुल गई सी। हुण प्रभु का धन्नवाद है, आप प्रभु के कामां नूं, प्रभु के वचन नूं देखना है कि जो उन्हें कहा सी उस तरह पूरा हो रहा है, उस तरह ही हो रहा जिवें उन्हें कहा सीगा। उहदा प्राण पताल च चला गया, शरीर कबर विच है, आत्मा उपर है, क्योंकि प्रभु का बोलिया होया वचन ही पूरा होना सीगा। क्योंकि उन्हें सलीब ते गल कह दी सीगी, जे तुसीं लिखना चाहो तो लिख लो, लूका दी इंजील दे विच 23 ते 46 पढ़ लो। क्योंकि कई गल्लां जदों असीं पढ़ते हैं तो साडे होर ध्यान च आ जांदियां ने। वाकई प्रभु यीशु मसीह ने जो कहा सी ना उस तरह ही होया। लूका दी इंजील 23 ते 46 तो यीशु ने उच्ची आवाज नाल चिल्ला के आख्या, हाँ जी कि हे पिता, हाँ जी मैं अपना आत्मा तेरे हथी सौंपदा हां। बोलो हालेलुया। हुण यीशु मसीह दा बोल सीगा जिहड़ा पूरा होना सीगा, क्योंकि अपना आत्मा उन्हें परमेश्वर के हथ में सौंप दिता सीगा। सौंप दिता सीगा क्योंकि यीशु मसीह ही आत्मा सीगा, वो खुद परमेश्वर सीगा, वो खुद परमेश्वर सीगा। वो जो करदा सीगा उन्हें पता सीगा। यीशु मसीह गवाही पा रहा सीगा भी जो पिता नूं मैं करदियां वेखदा, जो उहदे कोल मैं सुनदा, मैं तो भाई उही करदा। पुत्र अपने आप तो कुछ नहीं करदा, जो पिता नूं करदे देखदा है उही करदा है। हुण आपां देखिया यीशु मसीह ने अपना आत्मा सौंप दिता परमेश्वर के हथ विच। हे पिता मैं अपना आत्मा तेरे हथ में सौंपदा। पताल दे विच प्राण गया, शरीर कबर दे विच, हुण तिन्ने अलग अलग जगह ते इसे को भाई ब्राहम ने आख्या मैं विश्वास करदा भी नरक भी है,
अग की झील भी है ते स्वर्ग भी है। बोलो हालेलुया। हुण भैणों भाईओ असीं ये देखना है कि जिस जीवन दे विच असीं अज चल रहे हैं, जो साडा ये जीवन है, कि ये उठाए जाण दे लई तैयार है? कि सानू इस जीवन ते पूरा विश्वास है कि इसे जीवन दे विच साडा उठाया जाना हो सकता है? जज किते कमी लग रही है, जे किते लग रहा है मैं अपने जीवन में किते गलत कर रहा, तो सानू जरूर उस गल नूं सुधार लेना चाहिए। जे अज सुधार लवांगे तो सानू प्रभु उठाए जान दे विच कदे भी छड्ड के नहीं जाएगा, क्योंकि असीं इहदे लई कोई इस तरह का काम नहीं कर सकते इस यह काम कर दी तो साडा उठाया जाना हो जाएगा। इस लई सानू इक्को ही काम करना पवेगा, वो है साडा विश्वास। सानू की करना पवेगा? विश्वास। तो भैनों भाईओ उसे विश्वास से असीं खड़े हाँ जिस विश्वास की साडे नाल वचन गल कर रहा है। यीशु मसीह ने जो कहा सीगा असीं उहदे जीवन दे विच हुंदा देख रहे हैं। जो उन्हें कहा सीगा असीं वो घटनावां वापरदियां देख रहे हैं, जो उन्हें कहा सीगा उस तरह ही हो रहा है। हुण उहदा जिहड़ा कहना सीगा भी 3 दिन दे वास्ते मैं कहा है, इन्हां नूं निशान दिता गया, क्योंकि यूनान तो बिना कोई निशान नहीं दिता जाएगा। इस तरह ही 3 दिन ते 3 रातां जे वो यूनान रहा सीगा, तो यीशु मसीह ने जो कहा सीगा तीसरे दिन जी उठण वास्ते वो उस तरह ही होना चाहिए सीगा। हुण असीं देखते हैं जिवें उन्हें कहा सीगा उस तरह ही होया। और भाई ब्राहनम ने आख्या तीसरे दिन पवित्र आत्मा नूं छड्ड दिता गया। पवित्र आत्मा सीधा ही कित्थे गया? प्राण दे कोल। इस तरह जो प्राण दे कोल गया तो उन्हें अपने शरीर नूं लिया कबर दे विचों। बोलो हालेलुया। तो भैनों भाईओ असीं भी इस तरह देखते हैं, जदों उन्हें अपने वचन नूं पूरा किया, जदों ही वो वचन जिन्हां ने सुनिया सीगा, चेलियां ने सुनिया, होरनां ने सुनिया, जदों ही वो वापरिया उस तरह तो उन्हां दा होर विश्वास बन गया भी यीशु मसीह ने जो कहा सी ना सेम उस तरह ही होया। सेम उस तरह ही होया जिवें उस तरह गल्लां करदा सीगा यीशु मसीह, ते किसी दे समझ नहीं आती सीगी। जदों वापरियां गल्लां ते पूरा विश्वास बनया चेलियां दा भी बाकी होरनां दा भी। और अज प्रभु का धन्नवाद है कि असीं उन्हां वचनां नूं ही पढ़ के ये जीवन बसर कर रहे हैं। साडे जीवन दे विच भी पूरा विश्वास है कि यीशु मसीह ने जो कहा है ना वो उदों ही कल्ला पूरा नहीं होया सीगा, वो अज भी होवेगा, क्योंकि यीशु मसीह कल अज ते युगो युग इक्को ही परमेश्वर है। क्योंकि उहदे चंगा करन दे विच कोई तब्दीली नहीं आई, उन्होंने छुटकारा देने दे विच कोई तब्दीली नहीं आई, क्योंकि यीशु मसीह बदलता नहीं है। वो हमेशा ही जो काम करता है सदा सदा दे लई करता है। जदों ही वो आत्मा छड्ड दिता गया, आत्मा ने प्राण नूं लिया, शरीर नूं लिया और तीसरे दिहाड़े जी उठिया यीशु मसीह। वो वचन पूरा कर दिता गया जिहड़ा उन्हें कहा सीगा। इस तरह भैनों भाईओ भाई ब्राहनम ने आख्या जो असीं भी मरदे हाँ या असीं भी धरती तो चल जाते हाँ, मसीह दे विच होके सौंदे हाँ, साडा शरीर भी कबर दे विच रखिया जांदा है और प्राण जिहड़ा साडा ये जगवेदी दे थल्ले चला जांदा है। कित्थे चला जांदा है? जगवेदी दे थल्ले चला जांदा है और साडा आत्मा परमेश्वर दे कोल चला जांदा है। यह आत्मा है, यह प्राण है और थल्ले कबर है। बोलो हालेलुया। पर यीशु मसीह का जिहड़ा प्राण सी ना वो जगवेदी सी। समझो आत्मा वो खुद जगवेदी खुद ही सीगी, उसदा प्राण पताल दे विच गया। जो असीं धरती तो जावांगे या जिहड़े भी मसीह दे विच होके गए ने उन्हां दा प्राण अज कित्थे है? जगवेदी दे थल्ले। ये सानूं कित्थों प्रूफ मिलदा है? प्रकाश दी पोथी दे विच। असीं प्रकाश दी पोथी 6 अध्याय पढ़ते हैं। प्रकाश दी पोथी 6 अध्याय सारे कर लिए। प्रकाश दी पोथी 6 अध्याय 9 आयत नूं पढ़दे हैं।
ਤਾਂ ਉਹਨੇ ਪੰਜਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ, ਜਿਹੜੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਅਤੇ ਉਹ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਢੇ ਗਏ ਸਨ। ਉਹ ਰੂਹਾਂ, ਉਹ ਜਾਨਾਂ ਜਿਹੜੀਆਂ ਪਰਮੇਸ਼ਰ ਦੇ ਵਚਨ ਕਰਕੇ ਗਈਆਂ ਨੇ, ਉਹ ਜਾਨਾਂ ਜਗਵੇ ਦੇ ਥੱਲੇ ਪੁਕਾਰ ਰਹੀਆਂ ਨੇ। ਕੀ ਪੁਕਾਰ ਰਹੀਆਂ ਨੇ? ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ, ਹਾਂਜੀ ਭਾਈ ਹੇ ਸੁਆਮੀ ਜੀ, ਹਾਂ, ਜਿਹੜਾ ਪਵਿੱਤਰ ਅਤੇ ਸੱਤ ਹੈ, ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ। ਸਾਰੇ ਬੋਲੋ ਹਾਲੇਲੂਇਆ। ਹੁਣ ਭਾਈ ਪ੍ਰਾਣ ਨੇ ਆਖਿਆ, ਇਹ ਪ੍ਰਾਣ ਜਿਹੜਾ ਹੈ, ਇਹ ਤੁਹਾਡੀ ਉਹ ਅਵਸਥਾ ਹੈ ਜਿਹੜੀ ਸਭ ਕੁਝ ਜਾਣਦੀ ਹੈ, ਜਿਹਨੂੰ ਪਤਾ ਸਾਰਾ ਕੁਝ। ਹੁਣ ਇਹ ਜੱਗ ਵਿੱਚ ਥੱਲੇ ਜਿਹੜੀਆਂ ਜਾਨਾਂ ਨੇ, ਇਹ ਪੁਕਾਰ ਕੇ ਕਹਿ ਰਹੀਆਂ ਨੇ ਵੀ ਇਹ ਪਰਮੇਸ਼ਰ ਸਾਡਾ ਬਦਲਾ ਕਦੋਂ ਤੱਕ ਨਹੀਂ ਲਵੇਗਾ। ਇਹਨਾਂ ਨੂੰ ਪਤਾ ਹੈ, ਤੁਹਾਡੇ ਪ੍ਰਾਣ ਨੂੰ ਪਤਾ ਹੁੰਦਾ ਹੈ ਵੀ ਤੁਸੀਂ ਕੀ ਕੀਤਾ ਹੈ, ਕੀ ਹੋ ਰਿਹਾ ਹੈ। ਤੁਹਾਡਾ ਸਰੀਰ ਤਾਂ ਕਬਰ ਵਿੱਚ ਹੋਵੇਗਾ, ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਵੀ ਸਾਡਾ ਸਰੀਰ ਕਿਹੜੀ ਕਬਰ ਦੇ ਵਿੱਚ ਹੈ। ਕਿਉਂਕਿ ਜਦੋਂ ਆਤਮਾ ਨੂੰ ਛੱਡਿਆ ਜਾਵੇਗਾ, ਆਤਮਾ ਪ੍ਰਾਣ ਨੂੰ ਲਵੇਗਾ ਤੇ ਪ੍ਰਾਣ ਸਰੀਰ ਦੇ ਕੋਲ ਆਵੇਗਾ। ਤੁਹਾਨੂੰ ਇਹ ਵੀ ਪਤਾ ਹੁੰਦਾ ਵੀ ਤੁਸੀਂ ਕਿਹੜੀ ਕਬਰ ਦੇ ਵਿੱਚ ਦੱਬੇ ਗਏ ਨੇ। ਹੁਣ ਜਦੋਂ ਪ੍ਰਾਣ ਉਸ ਜਗਵੀਦੀ ਦੇ ਹੇਠਾਂ ਪੁਕਾਰ ਰਹੇ ਨੇ, ਤਾਂ ਇਹ ਪ੍ਰਾਣ ਸਾਡੀ ਉਹ ਅਵਸਥਾ ਹੈ, ਉਹ ਜਗ੍ਹਾ ਹੈ ਜਿੱਥੇ ਉਹਨੂੰ ਪਤਾ ਹੁੰਦਾ ਹੈ ਵੀ ਉਹ ਕੀ ਗੱਲ ਕਰ ਰਿਹਾ ਹੈ, ਕੀ ਸੋਚ ਰਿਹਾ ਹੈ, ਉਹਨੂੰ ਸਭ ਕੁਝ ਪਤਾ ਹੁੰਦਾ ਹੈ। ਜੇ ਯਿਸੂ ਮਸੀਹ ਨੇ ਇਹ ਪ੍ਰੂਵ ਕਰ ਦਿੱਤਾ, ਤੀਸਰੇ ਦਿਨ ਜੀ ਉੱਠੇਗਾ, ਔਰ ਅਸੀਂ ਇਹ ਦੇਖਦੇ ਹਾਂ ਯਿਸੂ ਮਸੀਹ ਨੇ ਬਾਈਬਲ ਦੇ ਵਿੱਚ ਕਿਹਾ ਸੀਗਾ ਵੀ ਜੀ ਉੱਠਾਂਗਾ, ਤੇ ਉਹ ਜੀ ਉੱਠਿਆ, ਔਰ ਉਹਦੇ ਵੱਸ ਵਿੱਚ ਸੀਗਾ, ਉਹਦੇ ਕੋਲ ਅਧਿਕਾਰ ਸੀਗਾ। ਇਹ ਵੀ ਯਿਸੂ ਮਸੀਹ ਨੇ ਗੱਲ ਕਹੀ ਸੀਗੀ। ਆਓ ਅਸੀਂ ਯੂਹੰਨਾ ਦੀ ਜੀਵਤ ਦੇਖਦੇ ਹਾਂ, ਕਿਉਂਕਿ ਯਿਸੂ ਮਸੀਹ ਵਚਨ ਨੂੰ ਪੂਰਾ ਕਰ ਰਿਹਾ ਸੀਗਾ। ਜੇ ਯਿਸੂ ਮਸੀਹ ਵਚਨ ਨੂੰ ਪੂਰਾ ਕਰ ਰਿਹਾ ਸੀਗਾ ਤੇ ਅਸੀਂ ਵੀ ਵਚਨ ਨੂੰ ਪੂਰਾ ਹੀ ਕਰਨਾ ਹੈ। ਆਓ ਯੂਹੰਨਾ ਦੀ ਜੀਵਤ ਵੇਖਦੇ ਹਾਂ, 10 ਅਧਿਆਏ 17 ਤੇ 18 ਆਇਤਾਂ ਤੋਂ ਪੜ੍ਹਦੇ ਹਾਂ। ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ, ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ ਕਿ ਮੈਂ ਆਪਣੀ ਜਾਨ ਦਿੰਦਾ ਹਾਂ, ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਉਹਨੂੰ ਫਿਰ ਲਵਾਂ। ਤਾਂ ਜੋ ਉਹਨੂੰ ਫਿਰ ਲਵਾਂ। ਕੋਈ ਉਸ ਨੂੰ ਮੈਥੋਂ ਖੋਹਦਾ ਨਹੀਂ, ਕੋਈ ਮੈਥੋਂ ਖੋਹਦਾ ਨਹੀਂ, ਪਰ ਮੈਂ ਆਪੇ ਉਸ ਨੂੰ ਦਿੰਦਾ ਹਾਂ। ਆਪੇ ਉਸ ਨੂੰ ਦਿੰਦਾ ਹਾਂ। ਮੇਰਾ ਇਖਤਿਆਰ ਹੈ, ਮੇਰਾ ਇਖਤਿਆਰ ਹੈ ਭਾਈ, ਮੇਰੇ ਕੋਲ ਅਧਿਕਾਰ ਹੈ, ਮੇਰਾ ਇਖਤਿਆਰ ਹੈ ਜੋ ਉਹਨੂੰ ਦੇਵਾਂ ਅਤੇ ਮੇਰਾ ਇਖਤਿਆਰ ਹੈ, ਮੇਰਾ ਇਖਤਿਆਰ ਹੈ ਉਹਨੂੰ ਫਿਰ ਲੈ ਲਵਾਂ। ਬੋਲੋ ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਨੇ ਕਿਹਾ ਸੀਗਾ ਵੀ ਮੈਂ ਤੀਸਰੇ ਦਿਨ ਜੀ ਉੱਠਾਂਗਾ। ਕਿਉਂਕਿ ਇੱਦਾਂ ਤੁਸੀਂ ਜੇ ਲਿਖ ਰਹੇ ਜੇ ਤੇ ਮਤੀ ਦੀ ਜੀਲ 'ਚ ਲਿਖੀਆਂ ਹੋਈਆਂ ਗੱਲਾਂ ਹੈ। ਮਤੀ ਦੀ ਜੀਲ ਆਪਾਂ ਪੜ੍ਹਦੇ ਨਹੀਂ, ਜੋ ਸਾਰੀਆਂ ਆਇਤਾਂ ਨਹੀਂ ਪੜ੍ਹਦੇ ਕਿਉਂਕਿ ਸਮਾਂ ਬਹੁਤ ਚਾਹੀਦਾ ਹੈ। ਮਤੀ ਦੀ ਜੀਲ 12 ਦੇ ਵਿੱਚ 12:40 ਦੇ ਵਿੱਚ ਲਿਖਿਆ ਹੈ। ਯਿਸੂ ਮਸੀਹ ਨੇ ਕਿਹਾ ਮੇਰੇ ਕੋਲ ਇਖਤਿਆਰ ਹੈ ਵੀ ਮੈਂ ਆਪਣੀ ਜਾਨ ਨੂੰ ਦੇਵਾਂ ਤੇ ਉਹਨੂੰ ਦੁਬਾਰਾ ਫਿਰ ਵਾਪਸ ਲੈ ਲਵਾਂ। ਮੇਰੇ ਕੋਲ ਅਧਿਕਾਰ ਹੈ। ਜੇ ਯਿਸੂ ਮਸੀਹ ਕੋਲ ਅਧਿਕਾਰ ਸੀਗਾ ਤੇ ਉਸੇ ਤਰ੍ਹਾਂ ਹੋਇਆ ਵੀ ਹੈ। ਉਹਨੇ ਕਿਹਾ ਪਿਤਾ ਮੈਂ ਆਪਣਾ ਤੇਰੇ ਹੱਥ ਵਿੱਚ ਸੌਂਪਦਾ। ਜੇ ਆਤਮਾ ਸੌਂਪਿਆ ਗਿਆ, ਆਤਮਾ ਛੱਡ ਵੀ ਦਿੱਤਾ ਗਿਆ। ਆਤਮਾ ਨੇ ਪ੍ਰਾਣ ਨੂੰ ਲਿਆ, ਪ੍ਰਾਣ ਨੇ ਸਰੀਰ ਨੂੰ ਲਿਆ, ਤੀਸਰੇ ਦਿਨ ਜੀ ਉੱਠਿਆ। ਯਿਸੂ ਮਸੀਹ ਦਾ ਵਚਨ ਪੂਰਾ ਹੋਇਆ, ਕਿਉਂਕਿ ਯਿਸੂ ਮਸੀਹ ਜੋ ਕਹਿ ਰਿਹਾ ਸੀ ਨਾ, ਇੱਕ ਸਾਮਰਥੀ ਵਚਨ ਸੀਗਾ, ਇੱਕ ਅਧਿਕਾਰ ਵਾਲਾ ਵਚਨ ਸੀਗਾ। ਕਿ ਅੱਜ ਜਿਹਦੇ ਤੇ ਅਸੀਂ ਵਿਸ਼ਵਾਸ ਕਰ ਰਹੇ ਹਾਂ, ਇੱਕ ਅਧਿਕਾਰ ਵਾਲਾ ਵਚਨ ਹੈ। ਔਰ ਇਹ ਉਸੇ ਯਿਸੂ ਮਸੀਹ ਨੇ ਬੋਲਿਆ ਜਿਹੜੇ ਯਿਸੂ ਮਸੀਹ ਦੇ ਵਾਪਰਿਆ। ਯਿਸੂ ਮਸੀਹ ਬਾਈਬਲ ਹੀ ਹੈ। ਇਹ ਯਿਸੂ ਮਸੀਹ ਪੂਰੀ ਬਾਈਬਲ ਹੈ। ਕਿਉਂਕਿ ਅਸੀਂ ਉਸ ਦਿਨ ਪੜ੍ਹਿਆ ਸੀਗਾ, ਅਸੀਂ ਦੇਖਿਆ ਕਿ ਇੱਕ ਬੁੱਢੇ ਆਦਮੀ ਨੇ ਵਿਸ਼ਵਾਸ ਕੀਤਾ। ਉਹਨੇ ਬਾਈਬਲ ਕੱਚ ਦੇ ਨਾਲ ਲਾ ਲਈ, ਉਹ ਜਿਪ ਬੰਦ ਕਰਕੇ ਉਹਨੇ ਕਿਹਾ ਵੀ ਮੈਂ ਬਾਈਬਲ ਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਪੂਰੇ ਦੇ ਪੂਰੇ ਤੇ ਵਿਸ਼ਵਾਸ ਕਰਦਾ। ਇੱਥੋਂ ਤੱਕ ਮੈਂ ਬਾਹਰਲੇ ਕਵਰ ਤੇ ਵੀ ਵਿਸ਼ਵਾਸ ਕਰਦਾ, ਕਿਉਂਕਿ ਬਾਹਰਲੇ ਕਵਰ ਤੇ ਵੀ ਲਿਖਿਆ ਹੋਇਆ ਹੈ ਹੋਲੀ ਬਾਈਬਲ, ਪਵਿੱਤਰ ਬਾਈਬਲ। ਤਾਂ ਸਾਨੂੰ ਵੀ ਭੈਣੋ ਭਾਈਓ ਪੂਰੀ ਬਾਈਬਲ ਤੇ ਪੂਰੇ ਵਚਨ ਤੇ ਕੀ ਕਰਨਾ ਪਵੇਗਾ? ਵਿਸ਼ਵਾਸ ਕਰਨਾ ਪਵੇਗਾ। ਔਰ ਜਿਹੜੀਆਂ ਵਿਸ਼ਵਾਸ ਦੀਆਂ ਗੱਲਾਂ ਨੇ ਇਹ ਅੱਗੇ ਚੇਲਿਆਂ ਦੇ ਵਿੱਚ ਵੀ ਆਈਆਂ। ਉਸੇ ਵਿਸ਼ਵਾਸ ਨਾਲ ਉਹਨਾਂ ਚੇਲਿਆਂ ਦੇ ਵਿੱਚ ਅਸੀਂ ਕੰਮ ਦੇਖਦੇ ਹਾਂ। ਆਓ ਕੁਝ ਗੱਲਾਂ ਅਸੀਂ ਪੜ੍ਹਦੇ ਹਾਂ ਵਿਸ਼ਵਾਸ ਦੇ ਬਾਰੇ। ਆਓ ਅਸੀਂ ਰਸੂਲਾਂ ਦੀ ਕਿਤਾਬ 16 ਅਧਿਆਏ
ਸਾਰੇ ਕੱਢ ਲਈਏ ਰਸੂਲਾਂ ਦੀ ਕਿਤਾਬ 16 ਦੇ ਕੱਢ ਲਿਆ ਸਾਰਿਆਂ ਨੇ। ਆਓ ਅਸੀਂ 16 ਦੇ ਪੜ੍ਹਦੇ ਹਾਂ। ਪ੍ਰਭੂ ਤੁਹਾਨੂੰ ਬਰਕਤ ਦੇਵੇ ਭੈਣ ਭਾਈਓ। 25 ਐਤ ਪੜ੍ਹਦੇ ਹਾਂ। ਪਰ ਅੱਧੀ ਕੁ ਰਾਤ ਨੂੰ ਪੌਲਸ ਅਤੇ ਸਿਲਾਸ ਪ੍ਰਾਰਥਨਾ ਕਰਦੇ। ਹੁਣ ਵੇਖੋ ਇਸ ਜਗ੍ਹਾ ਤੇ ਪੌਲਸ ਤੇ ਸਿਲਾਸ ਜਿਹੜੇ ਸੀਗੇ ਪਰਮੇਸ਼ਰ ਦੇ ਕੰਮ ਲਈ ਨਿਕਲੇ ਹੋਏ ਸੀਗੇ, ਔਰ ਇਹਨਾਂ ਨੇ ਇੱਕ ਭੇਤ ਬੁੱਝਣ ਵਾਲੀ ਜਿਹੜੀ ਲੜਕੀ ਸੀਗੀ ਉਹਦੇ ਵਿੱਚੋਂ ਬਦਲੂ ਕੱਢੀ, ਔਰ ਉਹ ਜਿਹੜੀ ਲੜਕੀ ਉਹਨਾਂ ਮਾਲਕਾਂ ਦੇ ਲਈ ਬੜਾ ਵੱਡਾ ਸਾਧਨ ਸੀਗਾ ਕਮਾਈ ਦਾ। ਉਹਨਾਂ ਦਾ ਕਮਾਈ ਦਾ ਇਹ ਰਸਤਾ ਖਤਮ ਹੋ ਗਿਆ, ਉਹਦੀ ਕਮਾਈ ਖਤਮ ਹੋ ਗਈ। ਉਹਨਾਂ ਨੇ ਪੌਲਸ ਤੇ ਸਿਲਾਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ, ਇਸ ਲਈ ਕਿਉਂਕਿ ਉਹਨਾਂ ਨੇ ਉਹਨਾਂ ਦੇ ਕੰਮ ਦੇ ਵਿੱਚ ਵਿਘਨ ਪਾਇਆ ਜੋ ਕੰਮ ਕਰ ਰਹੇ ਸੀਗੇ। ਔਰ ਅਸੀਂ ਇਸ ਦੇਖਦੇ ਹਾਂ ਵੀ ਪੌਲਸ ਤੇ ਸਿਲਾਸ ਜੇਲ੍ਹ ਦੇ ਅੰਦਰ ਨੇ, ਔਰ ਜੇਲ੍ਹ ਦੇ ਅੰਦਰ ਕੀ ਕਰ ਰਹੇ ਨੇ? ਪ੍ਰਾਰਥਨਾ ਕਰ ਰਹੇ ਨੇ। ਬੋਲੋ ਹਾਲੇਲੂਇਆ। ਹੁਣ ਜੋ ਜੇਲ੍ਹ ਦੇ ਅੰਦਰ ਪ੍ਰਾਰਥਨਾ ਕਰ ਰਹੇ ਨੇ ਤੇ ਜਿਹੜੇ ਵੀ ਆਲੇ ਦੁਆਲੇ ਹੋਣਗੇ ਉਹਨਾਂ ਦੀ ਪ੍ਰਾਰਥਨਾ ਸੁਣ ਵੀ ਰਹੇ ਹੋਣਗੇ। ਭਾਈ ਇਬਰਾਹਿਮ ਨੇ ਆਖਿਆ ਉਹ ਪ੍ਰਾਰਥਨਾ ਕਰ ਰਹੇ ਨੇ, ਹੋ ਸਕਦਾ ਗਵਾਹੀ ਵੀ ਦੇ ਰਹੇ ਹੋਣ, ਗਵਾਹੀ ਵੀ ਦੇ ਰਹੇ ਹੋਣ। ਭਾਈ ਤੁਸੀਂ ਇਹ ਦੇਖੋ ਬਾਈਬਲ ਦੇ ਵਿੱਚ ਦਾਨੀਅਲ ਨੂੰ ਭੁੱਖੇ ਸ਼ੇਰਾਂ ਦੇ ਅੱਗੇ ਸੁੱਟਿਆ ਗਿਆ, ਪਰ ਪਰਮੇਸ਼ਰ ਨੇ ਭੁੱਖੇ ਸ਼ੇਰਾਂ ਤੋਂ ਉਹਨੂੰ ਬਚਾਇਆ। ਸ਼ਦਰਕ ਮੇਸ਼ ਅਬਦਨਗੋ ਨੂੰ ਅੱਗ ਦੇ ਵਿੱਚ ਸੁੱਟਿਆ ਗਿਆ, ਪਰ ਪਰਮੇਸ਼ਰ ਨੇ ਅੱਗ ਦੇ ਵਿੱਚ ਉਹਨਾਂ ਨੂੰ ਬਚਾਇਆ। ਹੁਣ ਇਹ ਗਵਾਹੀਆਂ ਜਦੋਂ ਦੇ ਰਹੇ ਨੇ ਤੇ ਉਸ ਜਗ੍ਹਾ ਤੇ ਜਿਹੜਾ ਦਰੋਗਾ ਸੀਗਾ ਉਹ ਇਹਨਾਂ ਦੀਆਂ ਪ੍ਰਾਰਥਨਾ ਵੀ ਸੁਣ ਰਿਹਾ ਸੀਗਾ ਤੇ ਗਵਾਹੀਆਂ ਵੀ ਸੁਣ ਰਿਹਾ ਸੀਗਾ, ਔਰ ਇਹਨਾਂ ਦੇ ਜੀਵਨ ਵੱਲ ਝਾਤ ਵੀ ਮਾਰ ਰਿਹਾ ਸੀਗਾ। ਇਹ ਪ੍ਰਾਰਥਨਾ ਕਰ ਰਹੇ ਨੇ, ਹਾਂਜੀ, ਅਤੇ ਪਰਮੇਸ਼ਰ ਦਾ ਭਜਨ ਗਾਉਂਦੇ, ਪਰਮੇਸ਼ਰ ਦੇ ਭਜਨ ਗਾ ਰਹੇ ਨੇ। ਬੋਲੋ ਹਾਲੇਲੂਇਆ। ਭਜਨ ਕਦੋਂ ਗਾਇਆ ਜਾਂਦਾ ਹੈ? ਜਦੋਂ ਖੁਸ਼ ਹੋਈਦਾ। ਜਦੋਂ ਤੁਸੀਂ ਖੁਸ਼ ਹੋਵੋ ਕੀ ਕਰੋ? ਹੁਣ ਇਹ ਖੁਸ਼ ਨੇ। ਕਿੱਥੇ ਖੁਸ਼ ਨੇ? ਜੇਲ੍ਹ ਦੇ ਵਿੱਚ ਖੁਸ਼ ਨੇ। ਖੁਸ਼ੀ ਇਹ ਵੀ ਇਸ ਜਗ੍ਹਾ ਤੇ ਵੀ ਪਰਮੇਸ਼ਰ ਦਾ ਕੰਮ ਹੋਵੇਗਾ। ਖੁਸ਼ੀ ਇਹ ਵੀ ਅਸੀਂ ਜਿਹੜੀ ਪ੍ਰਾਰਥਨਾ ਕਰ ਰਹੇ ਹਾਂ ਇੱਥੇ ਵੀ ਲੋਕ ਬਚਣਗੇ, ਪਰ ਅੱਜ ਲੋਕ ਖੁਸ਼ ਨਹੀਂ ਹੁੰਦੇ। ਜੇਲ੍ਹ ਦੇ ਵਿੱਚ ਵੀ, ਜੇਲ੍ਹ ਦੀ ਤਾਂ ਕੀ ਖੁਸ਼ ਹੋਣਾ ਹੈ? ਘਰਾਂ ਦੇ ਵਿੱਚ ਬਹਿ ਕੇ ਵੀ ਨਹੀਂ ਖੁਸ਼ ਹੁੰਦੇ। ਬੋਲੋ ਹਾਲੇਲੂਇਆ। ਇਹ ਖੁਸ਼ੀ ਭੈਣੋ ਭਾਈਓ ਇਹ ਪਰਮੇਸ਼ਰ ਦੇ ਲੋਕਾਂ ਦੇ ਲਈ, ਕਿਉਂਕਿ ਯਿਸੂ ਮਸੀਹ ਨੇ 15 ਦੇ यूहन्ना ਦੀ ਜੀਲ ਦੇ ਵਿੱਚ ਕਿਹਾ ਇਹ ਗੱਲਾਂ ਤੁਹਾਨੂੰ ਮੈਂ ਇਸ ਲਈ ਕੀਤੀਆਂ ਨੇ ਕਿਉਂਕਿ ਮੇਰੀ ਖੁਸ਼ੀ ਤੁਹਾਡੇ ਵਿੱਚ ਪੂਰੀ ਹੋਵੇ। ਤੇ ਅੱਜ ਅਸੀਂ ਉਸੇ ਯਿਸੂ ਮਸੀਹ ਦੀਆਂ ਕਈਆਂ ਗੱਲਾਂ ਨੂੰ ਪੜ੍ਹ ਰਹੇ ਹਾਂ, ਉਹਨਾਂ ਨੂੰ ਸੁਣ ਰਹੇ ਹਾਂ, ਉਹਨਾਂ ਨੂੰ ਬੋਲ ਰਹੇ ਹਾਂ, ਤੇ ਕਿਉਂ ਨਾ ਉਹਦੀ ਖੁਸ਼ੀ ਸਾਡੇ ਵਿੱਚ ਪੂਰੀ ਹੋਵੇਗੀ। ਪੌਲਸ ਦੀ ਜ਼ਿੰਦਗੀ ਦੇ ਵਿੱਚ, ਸਿਲਾਸ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੀਆਂ ਗੱਲਾਂ ਸੀਗੀਆਂ। ਉਹ ਖੁਸ਼ ਸੀਗੇ ਵੀ ਸਾਨੂੰ ਪ੍ਰਭੂ ਦੇ ਕੰਮ ਦੇ ਵਿੱਚ ਅੱਜ ਕਿਤੇ ਜੇਲ੍ਹ ਦੇ ਵਿੱਚ ਵੀ ਪਾਇਆ ਗਿਆ ਕਿ ਅਸੀਂ ਇਹਨੂੰ ਅਫਸੋਸ ਦੇ ਨਾਲ ਨਹੀਂ ਲਵਾਂਗੇ। ਪਰਮੇਸ਼ਰ ਸਾਡੇ ਨਾਲ ਇਹ ਕਿਉਂ ਕਰ ਦਿੱਤਾ? ਸਾਡਾ ਅੱਜ ਵੀ ਵਿਸ਼ਵਾਸ ਹੈ ਕਿ ਜੇ ਉਹ ਭੁੱਖੇ ਸ਼ੇਰਾਂ ਤੋਂ ਦਾਨੀਅਲ ਨੂੰ ਬਚਾ ਸਕਦਾ ਹੈ, ਸ਼ਦਰਕ ਮੇਸ਼ ਅਬਦਨਗੋ ਨੂੰ ਬਚਾ ਸਕਦਾ ਹੈ, ਉਹ ਪਰਮੇਸ਼ਰ ਅੱਜ ਵੀ ਸਾਡੇ ਵਿਚਕਾਰ ਹੈ, ਕਿਉਂਕਿ ਪਰਮੇਸ਼ਰ ਮਰਦਾ ਨਹੀਂ ਹੈ। ਪਰਮੇਸ਼ਰ ਅੱਜ ਵੀ ਜਿਉਂਦਾ ਹੈ, ਕਿਉਂਕਿ ਬਾਈਬਲ ਇਹ ਬਿਆਨ ਕਰਦੀ ਹੈ ਉਹਦਾ ਵਚਨ ਜਿਉਂਦਾ ਹੈ। ਪਰਮੇਸ਼ਰ ਜਿਉਂਦਾ ਹੈ, ਪਰਮੇਸ਼ਰ ਆਤਮਾ ਹੈ। ਜੇ ਉਹਨੇ ਕਹਿ ਦਿਓ ਸੇਮ ਉਸੇ ਤਰ੍ਹਾਂ ਦੀ ਜਿਵੇਂ ਉਹਨੇ ਕਿਹਾ ਹੈ, ਅਸੀਂ ਉਸੇ ਤਰ੍ਹਾਂ ਵਿਸ਼ਵਾਸ ਕਰਨਾ ਜਿਸ ਤਰ੍ਹਾਂ ਵਚਨ ਕਹਿ ਰਿਹਾ ਹੈ। ਅੱਜ ਪਰਮੇਸ਼ਰ ਵਚਨ ਦੇ ਮੁਤਾਬਕ ਜਿਹੜਾ ਵਿਸ਼ਵਾਸ ਚਾਹੁੰਦਾ ਹੈ ਉਹ ਵਿਸ਼ਵਾਸ ਉਹਨੂੰ ਮਿਲ ਨਹੀਂ ਪਾ ਰਿਹਾ, ਕਿਉਂਕਿ ਯਿਸੂ ਮਸੀਹ ਨੇ ਕਿਹਾ ਵੀ ਜਦ ਮੈਂ ਆਵਾਂਗਾ ਕਿ ਇਸੇ ਤਰ੍ਹਾਂ ਦਾ ਵਿਸ਼ਵਾਸ ਪਾਵਾਂਗਾ। ਅੱਜ ਉਹ ਵਿਸ਼ਵਾਸ ਕਿਤੇ ਨਹੀਂ ਮਿਲ ਪਾ ਰਿਹਾ। ਪੌਲਸ ਤੇ ਸਿਲਾਸ ਜੇਲ੍ਹ ਦੇ ਅੰਦਰ ਪ੍ਰਾਰਥਨਾ ਕਰ ਰਹੇ ਨੇ ਔਰ ਪਰਮੇਸ਼ਰ ਦੇ ਭਜਨ ਗਾ ਰਹੇ ਨੇ। ਹਾਂਜੀ, ਔਰ ਕੈਦੀ ਉਹਨਾਂ ਦੀ ਸੁਣਦੇ ਸਨ। ਕੈਦੀ ਵੀ ਸੁਣਦੇ ਪਏ ਨੇ, ਜਿਹੜੇ ਨਾਲ ਹੋਰ ਕੈਦ ਦੇ ਵਿੱਚ ਨੇ। ਹੋ ਸਕਦਾ ਉਹਨਾਂ ਨੇ ਪਹਿਲੀ ਵਾਰੀ ਇਹ ਕੰਮ ਵੇਖੇ ਹੋਣ, ਹੋ ਸਕਦਾ ਉਹਨਾਂ ਤੋਂ ਪੁਰਾਣੇ ਕੈਦੀ ਬਣੇ ਹੋਣ, ਜੇਲ੍ਹ ਦੇ ਵਿੱਚ ਬੈਠੇ ਹੋਣ, ਉਹਨਾਂ ਨੇ ਕਦੇ ਇਹ ਕੰਮ ਨਾ ਵੇਖਿਆ ਹੋਵੇ। ਪਰ ਅੱਜ ਪਰਮੇਸ਼ਰ ਦੇ ਬੰਦਿਆਂ ਦੀ ਜ਼ਿੰਦਗੀ ਵੇਖ ਕੇ ਉਹਨਾਂ ਨੂੰ ਵੀ ਲੱਗਦਾ ਵੀ ਅਸੀਂ ਵੀ ਇਸੇ ਪ੍ਰਭੂ ਦਾ ਨਾਮ ਕਿਉਂ ਨਹੀਂ ਲੈਂਦੇ।
ਅਸੀਂ ਜੇ ਅੱਜ ਕੈਦ ਦੇ ਵਿੱਚ ਹਾਂ, ਜੇ ਅਸੀਂ ਅੱਜ ਜੇਲ੍ਹ ਦੇ ਵਿੱਚ ਹਾਂ, ਹੋ ਸਕਦਾ ਅਸੀਂ ਬੜੀਆਂ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ ਤਾਂ ਅਸੀਂ ਜੇਲ੍ਹ ਦੇ ਵਿੱਚ ਹਾਂ। ਪਰ ਇਹਨਾਂ ਲੋਕਾਂ ਨੇ ਲੱਗਦਾ ਹੈ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਕੀਤੀ ਹੈ, ਤਾਂ ਇਹ ਬੜੇ ਖੁਸ਼ ਨੇ, ਭਜਨ ਗਾ ਰਹੇ ਨੇ, ਪ੍ਰਾਰਥਨਾਵਾਂ ਕਰ ਰਹੇ ਨੇ। ਬਹੁਤ ਵਧੀਆ ਇਹਨਾਂ ਦਾ ਜੀਵਨ ਹੈ। ਕੈਦੀ ਉਹਨਾਂ ਦੀ ਸੁਣਦੇ ਪਏ ਨੇ। ਜੇ ਕੈਦੀ ਸੁਣ ਰਹੇ ਨੇ ਤਾਂ ਜਿਨ੍ਹਾਂ ਨੇ ਕੈਦ ਵਿੱਚ ਪਾਇਆ ਸੀਗਾ ਉਹ ਵੀ ਸੁਣ ਰਹੇ ਹੋਣਗੇ। ਇਹਨਾਂ ਦੇ ਪ੍ਰਾਰਥਨਾਵਾਂ ਸੁਣ ਰਹੇ ਨੇ, ਇਹਨਾਂ ਦੇ ਭਜਨ ਸੁਣ ਰਹੇ ਨੇ, ਕਿਉਂਕਿ ਇਹ ਭਜਨ ਗਾ ਰਹੇ ਨੇ, ਪ੍ਰਾਰਥਨਾ ਕਰ ਰਹੇ ਨੇ ਕੈਦ ਦੇ ਵਿੱਚ। ਇਸ ਤਰ੍ਹਾਂ ਦੇ ਇਹ ਸ਼ਖਸ ਇਹਨਾਂ ਨੇ ਪਹਿਲੀ ਵਾਰੀ ਵੇਖੇ ਨੇ। ਇਸ ਤਰ੍ਹਾਂ ਦਾ ਕੰਮ ਅੱਗੇ ਕਦੇ ਨਹੀਂ ਵੇਖਿਆ ਇਹਨਾਂ ਨੇ। ਹਾਂਜੀ। ਤਾਂ ਅਚਾਨਕ ਇੱਕ ਐਡਾ ਭੁਚਾਲ ਆਇਆ। ਬੋਲੋ ਹਾਲੇਲੂਇਆ। ਹੁਣ ਪ੍ਰਭੂ ਦਾ ਧੰਨਵਾਦ ਹੈ। ਪਰਮੇਸ਼ਰ ਆਪਣੇ ਬੰਦਿਆਂ ਨੂੰ ਹਮੇਸ਼ਾ ਹੀ ਵੇਖਦਾ ਹੁੰਦਾ ਹੈ। ਉਹ ਕਿਹੜੇ ਹਾਲਾਤ ਦੇ ਵਿੱਚ ਨੇ ਤੇ ਕੀ ਕਰ ਰਹੇ ਨੇ। ਹਰ ਹਾਲਾਤ ਵਿੱਚ ਧੰਨਵਾਦ ਕਰੋ। ਉਹ ਪਰਮੇਸ਼ਰ ਦਾ ਧੰਨਵਾਦ ਕਰ ਰਹੇ ਨੇ, ਪ੍ਰਾਰਥਨਾਵਾਂ ਕਰ ਰਹੇ ਨੇ, ਭਜਨ ਗਾ ਰਹੇ ਨੇ। ਪਰਮੇਸ਼ਰ ਵੇਖ ਰਿਹਾ ਹੈ। ਪਰਮੇਸ਼ਰ ਨੇ ਜਗ੍ਹਾ ਤੇ ਭੁਚਾਲ ਭੇਜ ਦਿੱਤਾ ਹੈ। ਭੁਚਾਲ ਭੇਜ ਦਿੱਤਾ, ਕੰਧਾਂ ਹਿਲਾ ਦਿੱਤੀਆਂ ਨੇ। ਜੇਲ੍ਹ ਦੀਆਂ ਕੰਧਾਂ ਹਿਲਾਤੀਆਂ ਨੇ। ਬੜੀਆਂ ਮਜ਼ਬੂਤ ਕੰਧਾਂ ਹੁੰਦੀਆਂ ਨੇ ਜੇਲ੍ਹਾਂ ਦੀਆਂ। ਹੁਣ ਭੈਣੋ ਭਾਈਓ, ਪਰਮੇਸ਼ਰ ਦੇ ਬੰਦੇ, ਪਰਮੇਸ਼ਰ ਦੇ ਲੋਕ ਜਿੱਥੇ ਵੀ ਹੋਣਗੇ, ਭਾਵੇਂ ਸ਼ੈਤਾਨ ਨੇ ਕਿੰਨੇ ਵੀ ਹਾਲਾਤ ਮਜ਼ਬੂਤ ਕੀਤੇ ਹੋਣ, ਮਾੜੇ ਕੀਤੇ ਹੋਣ, ਕਿੰਨੇ ਵੀ ਬੁਰੇ ਕੀਤੇ ਹੋਣ, ਪਰ ਪਰਮੇਸ਼ਰ ਦੇ ਲੋਕਾਂ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੋਵੇਗਾ। ਪਰਮੇਸ਼ਰ ਦੇ ਲੋਕ ਉਹਨਾਂ ਹਾਲਾਤਾਂ ਵਿੱਚ ਵੀ ਪਰਮੇਸ਼ਰ ਦਾ ਧੰਨਵਾਦ ਕਰਨਗੇ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹਨਾਂ ਦਾ ਇੱਕ ਦਿਨ ਜੀ ਉੱਠਣਾ ਹੋਵੇਗਾ। ਪਰਮੇਸ਼ਰ ਨੇ ਉਸ ਜਗ੍ਹਾ ਤੇ ਭੁਚਾਲ ਭੇਜਿਆ। ਬੜੀ ਜ਼ੋਰ ਦੇ ਨਾਲ ਭੁਚਾਲ ਆਇਆ। ਹਾਂਜੀ। ਜੋ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ। ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ। ਉਹ ਭੁਚਾਲ ਮੰਗ ਨਹੀਂ ਰਹੇ ਸੀਗੇ, ਪਰ ਪਰਮੇਸ਼ਰ ਆਪਣੇ ਬੱਚਿਆਂ ਦਾ ਰੱਖ ਹੈ। ਅਸੀਂ ਉਹਦਾ ਧੰਨਵਾਦ ਕਰਨਾ, ਅਸੀਂ ਉਸੇ ਤਰ੍ਹਾਂ ਵਿਸ਼ਵਾਸ ਕਰਨਾ, ਕਿਉਂਕਿ ਉਸ ਬੁੱਢੇ ਆਦਮੀ ਨੇ ਕਿਹਾ ਸਵਰਗ ਨਾ ਜਾਣਾ ਮੈਨੂੰ ਪਸੰਦ ਹੈ, ਪਰ ਮੈਂ ਵਚਨ ਦਾ ਇਨਕਾਰ ਨਹੀਂ ਕਰ ਸਕਦਾ। ਮੈਂ ਅੱਜ ਵੀ ਉਸੇ ਵਚਨ ਤੇ ਖੜਾਂਗਾ। ਤਾਂ ਇਸੇ ਤਰ੍ਹਾਂ ਭੈਣੋ ਭਾਈਓ, ਪ੍ਰਭੂ ਸਾਨੂੰ ਉਠਾ ਕੇ ਲੈ ਕੇ ਜਾਵੇਗਾ, ਇਹ ਸਾਡਾ ਵਿਸ਼ਵਾਸ ਹੈ। ਪਰ ਜਿਸ ਤਰ੍ਹਾਂ ਦੇ ਵੀ ਸਾਡੇ ਹਾਲਾਤ ਨੇ, ਅਸੀਂ ਵਿਸ਼ਵਾਸ ਨੂੰ ਕਦੇ ਕਮਜ਼ੋਰ ਨਹੀਂ ਹੋਣ ਦੇਣਾ। ਅੱਜ ਵੀ ਉਸੇ ਤਰ੍ਹਾਂ ਉਸੇ ਵਚਨ ਤੇ ਵਿਸ਼ਵਾਸ ਕਰਨਾ ਜਿਸ ਤਰ੍ਹਾਂ ਪਹਿਲਾਂ ਕਰਦੇ ਸੀਗੇ। ਕੰਧਾਂ ਇਹ ਲੱਗੀਆਂ ਜੇਲ੍ਹ ਦੀਆਂ, ਅਤੇ ਝੱਟ ਸਾਰੇ ਬੂਹੇ ਖੁੱਲ ਗਏ। ਝੱਟ ਸਾਰੇ ਬੂਹੇ ਖੁੱਲ ਗਏ ਨੇ, ਅਤੇ ਸਭਨਾਂ ਦੀਆਂ ਬੇੜੀਆਂ ਖੁੱਲ ਗਈਆਂ। ਸਾਰਿਆਂ ਦੀਆਂ ਬੇੜੀਆਂ ਖੁੱਲ ਗਈਆਂ ਨੇ। ਕੈਦਖਾਨੇ ਦਾ ਦਰੋਗਾ ਜਾਗ ਉੱਠਿਆ। ਹੁਣ ਇੱਥੇ ਦੇਖੋ, ਇਹ ਜਿਹੜਾ ਕੈਦਖਾਨੇ ਦਾ ਦਰੋਗਾ ਹੈ, ਔਰ ਭਾਈ ਬ੍ਰਾਹਨਮ ਨੇ ਆਖਿਆ ਜਿਹੜਾ ਇੱਥੇ ਕੰਮ ਹੋਇਆ, ਇਹ ਜਿਹੜੀ ਕੈਦੀਆਂ ਦੀ ਜਿਹੜੀ ਜ਼ਿੰਮੇਵਾਰੀ ਸੀਗੀ, ਇਹ ਦਰੋਗੇ ਨੂੰ ਆਪਣੀ ਜਾਨ ਦੇ ਕੇ ਕੀਮਤ ਚੁਕਾਉਣੀ ਪੈਣੀ ਸੀਗੀ। ਇਹਨਾਂ ਕੈਦੀਆਂ ਦੇ ਬਦਲੇ ਉਹਨੂੰ ਆਪਣੀ ਜਾਨ ਦੇਣੀ ਪੈਣੀ ਸੀਗੀ, ਕਿਉਂਕਿ ਬੜੀ ਵੱਡੀ ਜ਼ਿੰਮੇਵਾਰੀ ਸੀ ਉਸ ਦਰੋਗੇ ਤੇ। ਉਹ ਦਰੋਗਾ ਵੀ ਜਾਗ ਉੱਠਿਆ। ਹਾਂਜੀ। ਦਰੋਗਾ ਜਾਗ ਉੱਠਿਆ ਅਤੇ ਕੈਦਖਾਨੇ ਦੇ ਬੂਹੇ ਖੁੱਲੇ ਵੇਖੇ। ਜਦੋਂ ਉਹਨੇ ਕੈਦਖਾਨੇ ਦੇ ਬੂਹੇ ਖੁੱਲੇ ਵੇਖੇ ਨੇ, ਤਾਂ ਇਹ ਸਮਝਿਆ ਵੀ ਕੈਦੀ ਭੱਜ ਗਏ ਨੇ। ਉਹਨੂੰ ਡਰ ਪੈ ਗਿਆ ਵੀ ਜੇ ਕੈਦੀਆਂ ਦਾ ਮੈਚ ਆਪਣੇ ਮਾਲਕ ਨੂੰ ਕੋਈ ਸੁਣਿਆ ਨਾ ਦਿੱਤਾ, ਕੈਦੀਆਂ ਬਾਰੇ ਜਾਣਕਾਰੀ ਨਾ ਦਿੱਤੀ, ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੈਦੀ ਭੱਜ ਗਏ ਨੇ ਤੇ ਮੇਰੀ ਖੈਰ ਨਹੀਂ। ਇਹ ਕੈਦੀਆਂ ਦੇ ਬਦਲੇ ਉਹਨੂੰ ਆਪਣੀ ਜਾਨ ਦੇ ਕੇ ਇਹ ਕੀਮਤ ਚੁਕਾਣੀ ਪੈਣੀ ਸੀਗੀ। ਪਰ ਪਰਮੇਸ਼ਰ ਦੇ ਕੰਮ ਕਦੇ ਵੀ ਦੁਨੀਆ ਵਰਗੇ ਨਹੀਂ ਹੁੰਦੇ। ਪਰਮੇਸ਼ਰ ਹਮੇਸ਼ਾ ਹੀ ਆਪਣੇ ਕੰਮਾਂ ਦੇ ਰਾਹੀਂ ਆਪਣੀ ਵਡਿਆਈ ਕਰਵਾਉਂਦਾ ਹੈ। ਇਹ ਕੰਮ ਪਰਮੇਸ਼ਰ ਦੀ ਵਡਿਆਈ ਦੇ ਲਈ ਸੀਗਾ। ਦਰੋਗੇ ਦੀ ਜਾਗ ਖੁੱਲ ਗਈ ਹੈ, ਬੂਹੇ ਖੁੱਲੇ ਵੇਖੇ ਨੇ, ਉਹਦੇ ਦਿਮਾਗ 'ਚ ਆ ਗਿਆ ਵੀ ਕੈਦੀ ਭੱਜ ਗਏ ਨੇ, ਹੁਣ ਮੇਰੀ ਖੈਰ ਨਹੀਂ ਹੈ। ਹਾਂਜੀ। ਭਾਈ ਕੈਦੀ ਭੱਜ ਗਏ ਹੁਣ ਹਨ। ਹਾਂਜੀ। ਤਲਵਾਰ ਧੋਈ ਅਤੇ ਆਪ ਉਹਨੇ ਤਲਵਾਰ ਕੱਢ ਲਈ ਤੇ ਆਪਣੇ ਆਪ ਨੂੰ ਮਾਰਨ ਲੱਗਾ, ਕਿਉਂਕਿ ਉਹਨੂੰ ਪਤਾ ਸੀਗਾ ਵੀ ਮੇਰੀ ਜ਼ਿੰਮੇਵਾਰੀ ਮੈਂ ਸੰਭਾਲ ਨਹੀਂ ਸਕਿਆ। ਮੈਂ ਸਾਰੀ ਰਾਤ ਸੌਂ ਕੇ ਕੱਢ ਲਈ, ਮੈਨੂੰ ਪਤਾ ਨਹੀਂ ਲੱਗਾ ਕੈਦੀ ਕਿੱਥੇ ਚਲੇ ਗਏ ਨੇ। ਇਹਦੇ ਲਈ ਹੁਣ ਮੈਨੂੰ ਆਪਣੀ ਜਾਨ ਦੇਵਾਂਗਾ ਤੇ ਮੈਂ ਤਾਂ ਹੀ ਬਚਾਂਗਾ। ਹਾਂਜੀ।
ਤਾਂ ਪੌਲਸ ਨੇ ਉੱਚੀ ਆਵਾਜ਼ ਨਾਲ ਪੌਲਸ ਆਖਿਆ, ਦੌੜਿਆ ਦੌੜਿਆ ਆਇਆ, ਉਹਨੇ ਕਿਹਾ ਜੋ ਆਪ ਨੂੰ ਆਪਣੇ ਆਪ ਨੂੰ ਕੋਈ ਨੁਕਸਾਨ, ਕਿਉਂਕਿ ਪਰਮੇਸ਼ਰ ਕਿਸੇ ਦਾ ਨੁਕਸਾਨ ਕਰਨ ਦੇ ਲਈ ਨਹੀਂ ਆਇਆ। ਬੋਲੋ ਹਾਲੇਲੂਇਆ। ਪਰਮੇਸ਼ਰ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦਾ। ਪਰਮੇਸ਼ਰ ਤਾਂ ਜ਼ਿੰਦਗੀ ਦੇਣ ਦੇ ਲਈ ਆਉਂਦਾ ਹੈ, ਕਿਉਂਕਿ ਉਹ ਚੋਰ ਦਾ ਕੰਮ ਹੈ ਨੁਕਸਾਨ ਕਰਨਾ। ਚੋਰ ਆਉਂਦਾ ਹੈ, ਵੱਢਦਾ ਹੈ, ਨਾਸ਼ ਕਰਦਾ ਹੈ, ਪਰ ਪਰਮੇਸ਼ਰ ਆਉਂਦਾ ਹੈ, ਜੀਵਨ ਦਿੰਦਾ ਹੈ। ਪੌਲਸ ਤੇ ਸਿਲਾਸ ਦੇ ਕੋਲ ਜੀਵਨ ਸੀਗਾ, ਉਹ ਜੀਵਨ ਦੀ ਉਹ ਗਵਾਹੀ ਦੇ ਰਹੇ ਨੇ। ਦਰੋਗਾ ਉਸ ਗਵਾਹੀ ਨੂੰ ਸੁਣ ਰਿਹਾ ਹੋਵੇਗਾ, ਉਸ ਸਮੇਂ ਉਹਨਾਂ ਦੀ ਪ੍ਰਾਰਥਨਾ ਦੇ ਧਿਆਨ ਦੇ ਰਿਹਾ ਹੋਵੇਗਾ, ਉਹਨੂੰ ਲੱਗ ਰਿਹਾ ਹੋਵੇਗਾ ਕਿ ਵਾਕਈ ਇਹ ਪਰਮੇਸ਼ਰ ਦੇ ਲੋਕ ਇਹ ਵੱਖਰੇ ਕਿਸਮ ਦੇ ਹੁੰਦੇ ਨੇ, ਇਹ ਅਨੋਖੀ ਕਿਸਮ ਦੇ ਹੁੰਦੇ ਨੇ, ਇਹਨਾਂ ਲੋਕਾਂ ਦੇ ਵਿਸ਼ਵਾਸ ਬੜੇ ਮਜ਼ਬੂਤ ਹੁੰਦੇ ਨੇ। ਉਹ ਆਪਣੇ ਆਪ ਨੂੰ ਮਾਰਨ ਲੱਗਾ ਹੈ, ਪਰ ਪੌਲਸ ਦੌੜਦਾ ਦੌੜਦਾ ਆਇਆ, ਉਹਨੇ ਕਿਹਾ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਭ ਇੱਥੇ ਹੀ ਕਿਉਂਕਿ ਅਸੀਂ ਸਾਰੇ ਹੀ ਇੱਥੇ ਹੀ ਹਾਂ। ਬੋਲੋ ਹਾਲੇਲੂਇਆ। ਪਰਮੇਸ਼ਰ ਕਿਸੇ ਦਾ ਨੁਕਸਾਨ ਨਹੀਂ ਕਰਦਾ ਭੈਣੋ ਭਾਈਓ। ਜੇ ਅਸੀਂ ਇਸ ਹਾਲਾਤ ਦੇ ਵਿੱਚ ਪਰਮੇਸ਼ਰ ਦਾ ਧੰਨਵਾਦ ਕਰ ਰਹੇ ਹਾਂ ਤਾਂ ਪਰਮੇਸ਼ਰ ਕਿਸੇ ਦਾ ਵੀ ਨੁਕਸਾਨ ਨਹੀਂ ਹੋਣ ਦੇਵੇਗਾ। ਉਹ ਸਾਡੇ ਨਾਲ ਵੀ ਜਿਹੜੇ ਹੋਣਗੇ ਉਹਨਾਂ ਨੂੰ ਵੀ ਬਚਾ ਲਏਗਾ। ਬੋਲੋ ਹਾਲੇਲੂਇਆ। ਹੁਣ ਦਰੋਗੇ ਦੇ ਅੰਦਰ ਵਿਸ਼ਵਾਸ ਸੀਗਾ, ਉਹਨੇ ਪ੍ਰਾਰਥਨਾ ਸੁਣੀਆਂ ਸੀਗੀਆਂ, ਉਹਨਾਂ ਦੀਆਂ ਗਵਾਹੀਆਂ ਸੁਣੀਆਂ ਸੀਗੀਆਂ। ਪੌਲਸ ਦੌੜਦਾ ਦੌੜਦਾ ਆਇਆ, ਕਹਿੰਦਾ ਵੀ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ, ਅਸੀਂ ਸਾਰੇ ਇੱਥੇ ਹੀ ਹਾਂ। ਹਾਂਜੀ। ਤਦ ਉਹ ਦੀਵੇ ਮੰਗਾ ਕੇ ਅੰਦਰ ਦੌੜਿਆ ਅਤੇ ਕੰਬਦਾ ਪੌਲਸ ਅਤੇ ਸਿਲਾਸ ਦੇ ਅੱਗੇ ਡਿੱਗ ਪਿਆ। ਬੋਲੋ ਹਾਲੇਲੂਇਆ। ਹਾਲੇਲੂਇਆ। ਹੁਣ ਉਹਨੇ ਚਾਨਣ ਕੀਤਾ ਹੈ, ਅੰਦਰ ਚਲਾ ਗਿਆ ਹੈ, ਕੰਬਦਾ ਗਿਆ ਹੈ, ਔਰ ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗ ਪਿਆ। ਉਹਨਾਂ ਦੇ ਪੈਰਾਂ ਦੇ ਵਿੱਚ ਡਿੱਗ ਪਿਆ। ਇਹ ਵਾਰਤਾਲਾਪ ਧਿਆਨ 'ਚ ਦੇਖਿਆ ਜੇ, ਇਹ ਸੀਨ ਆਪਣੀਆਂ ਅੱਖਾਂ ਦੇ ਲੈ ਕੇ ਆਓ, ਇਹ ਤਸਵੀਰ ਲੈ ਕੇ ਆਓ ਜਦੋਂ ਇਹ ਕੰਮ ਹੋ ਰਿਹਾ। ਅੱਗੇ ਪੜ੍ਹੀਏ। ਅਤੇ ਉਹਨਾਂ ਨੂੰ ਬਾਹਰ ਲਿਆ ਕੇ ਇਹ ਕਿਹਾ, ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾਂਪੁਰਖੋ, ਹੇ ਮਹਾਂਪੁਰਖੋ, ਮੈਂ ਕੀ ਕਰਾਂ। ਬੋਲੋ ਹਾਲੇਲੂਇਆ। ਹੁਣ ਭੈਣੋ ਭਾਈਓ, ਉਹਦੇ ਵਿਸ਼ਵਾਸ ਵੱਲ ਧਿਆਨ ਦਿਓ। ਇਹ ਦਰੋਗੇ ਨੇ ਇਹਨਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਔਰ ਪ੍ਰਭੂ ਨੇ ਇਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਦਰੋਗੇ ਨੇ ਇਹਨਾਂ ਦੀਆਂ ਗਵਾਹੀਆਂ ਸੁਣੀਆਂ ਜਿਹੜੀਆਂ ਸੱਚੀਆਂ ਸਾਬਤ ਹੋਈਆਂ। ਉਹ ਕਹਿ ਰਹੇ ਹੋਣਗੇ ਕਿ ਪਰਮੇਸ਼ਰ ਕੰਮ ਦੇ ਕਰਨ ਦੇ ਵਿੱਚ ਅੱਜ ਵੀ ਸਮਰੱਥ ਹੈ, ਅੱਜ ਵੀ ਸਾਨੂੰ ਛਡਾਉਣ ਦੀ ਸ਼ਕਤੀ ਰੱਖਦਾ ਹੈ। ਦਰੋਗੇ ਦਾ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਗਿਆ। ਹੁਣ ਉਹ ਗੱਲ ਕਰ ਰਿਹਾ ਵੀ ਮੈਂ ਕੀ ਕਰਾਂ, ਮੈਨੂੰ ਵੀ ਕੁਝ ਕਰਨ ਦੇ ਲਈ ਦੱਸੋ, ਕਿਉਂਕਿ ਮੈਂ ਵੀ ਬਚਾਇਆ ਜਾਵਾਂ ਤੁਹਾਡੇ ਤਰ੍ਹਾਂ। ਹਾਂਜੀ। ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ। ਹੁਣ ਉਹਨੂੰ ਵੀ ਲੋੜ ਸੀ ਕਿ ਇਸ ਵਿਸ਼ਵਾਸ ਦੀ, ਕਿਉਂਕਿ ਮੈਨੂੰ ਵੀ ਦੱਸੋ ਮੈਂ ਕੀ ਕਰਾਂ। ਮੈਨੂੰ ਲੱਗਦਾ ਕਿ ਮੈਂ ਬਚਿਆ ਹੋਇਆ ਇਨਸਾਨ ਨਹੀਂ ਹਾਂ। ਮੈਨੂੰ ਲੱਗਦਾ ਮੇਰੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਗੁਜ਼ਰੀ ਹੈ, ਲੋਕਾਂ ਨੂੰ ਕੈਦ ਵਿੱਚ ਪਾ ਕੇ ਇਸੇ ਤਰ੍ਹਾਂ ਹੀ ਮੈਂ ਆਪਣਾ ਸਮਾਂ ਗੁਜ਼ਾਰਿਆ। ਮੈਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ ਸੀਗਾ ਜੋ ਅੱਜ ਵਾਪਰਿਆ ਹੈ, ਜੋ ਇਹ ਘਟਨਾ ਵਾਪਰੀ ਹੈ। ਮਹਾਂਪੁਰਖੋ, ਮੈਂ ਇਸ ਗੱਲ ਤੇ ਪੂਰਾ ਵਿਸ਼ਵਾਸ ਕਰਦਾ। ਮੈਨੂੰ ਵੀ ਬਚਣ ਦੇ ਲਈ ਦੱਸੋ ਕੀ ਕਰਨਾ ਪਵੇਗਾ। ਮੈਨੂੰ ਬਚਣ ਦੇ ਲਈ ਦੱਸੋ ਕੀ ਕਰਨਾ ਪਵੇਗਾ। ਅੱਗੋਂ ਉਹਨਾਂ ਨੇ ਆਖਿਆ, ਪ੍ਰਭੂ ਯਿਸੂ ਤੇ ਨਿਚਾ। ਬੋਲੋ ਹਾਲੇਲੂਇਆ। ਅੱਜ ਵੀ ਇਸੇ ਤਰ੍ਹਾਂ ਹੀ ਭੈਣੋ ਭਾਈਓ ਸਾਡਾ ਜਵਾਬ ਹੈ, ਪ੍ਰਭੂ ਯਿਸੂ ਤੇ ਨਿਚਾ ਕਰੋ। ਅੱਜ ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕ ਹੀ ਯਿਸੂ ਮਸੀਹ ਤੋਂ ਭੱਜਦੇ ਨੇ, ਉਹਦੇ ਤੋਂ ਦੂਰ ਹੁੰਦੇ ਨੇ। ਔਰ ਅੱਜ ਸਾਨੂੰ ਚਾਹੀਦਾ ਹੈ ਕਿ ਉਹ ਯਿਸੂ ਮਸੀਹ ਕੱਲ ਅੱਜ ਯੁਗੋ ਯੁਗ ਇੱਕੋ ਜਿਹਾ ਸਾਡੇ ਵਿਚਕਾਰ ਹਾਜ਼ਰ ਹੈ। ਸਾਨੂੰ ਚਾਹੀਦਾ ਕਿ ਉਹਦੇ ਤੇ ਵਿਸ਼ਵਾਸ ਕਰੀਏ। ਦਰੋਗਾ ਕਹਿਣ ਲੱਗਾ ਮੈਂ ਕੀ ਕਰਾਂ, ਮੈਨੂੰ ਦੱਸੋ, ਮੈਂ ਵੀ ਬਚਾਇਆ ਜਾਣਾ ਚਾਹੁੰਦਾ, ਮੈਂ ਵੀ ਬਚਾਇਆ ਜਾਣਾ ਚਾਹੁੰਦਾ। ਪੌਲਸ ਨੇ ਆਖਿਆ ਤੂੰ ਪ੍ਰਭੂ ਯਿਸੂ ਤੇ ਨਿਚਾ ਕਰ। ਹਾਂਜੀ। ਤਾਂ ਤੂੰ ਤੇ ਤੇਰਾ ਘਰਾਣਾ। ਹੁਣ ਭੈਣੋ ਭਾਈਓ ਇੱਥੇ ਕੁਝ ਗੱਲਾਂ ਹੀ ਸਿੱਖਣੀਆਂ ਨੇ। ਪੌਲਸ ਗੱਲ ਕਹਿ ਰਿਹਾ ਹੈ ਵੀ ਤੂੰ ਵਿਸ਼ਵਾਸ ਕਰ, ਤੂੰ ਤੇ ਤੇਰਾ ਘਰਾਣਾ ਬਚਾਏ ਜਾਵੋਗੇ। ਹੁਣ ਇੱਥੇ ਅਸੀਂ ਗੱਲ ਤੇ ਧਿਆਨ ਦੇਣਾ ਭੈਣੋ ਭਾਈਓ,
ਪੌਲ ਜਿਹੜੀ ਗੱਲ ਕਹਿ ਰਿਹਾ ਨਾ ਵੀ ਤੂੰ ਵਿਸ਼ਵਾਸ ਕਰ ਤੇ ਤੇਰਾ ਘਰਾਨਾ ਬਚਾਇਆ ਜਾਵੇਗਾ। ਔਰ ਭਾਈ ਬ੍ਰਾਹਨਮ ਨੇ ਇੱਥੇ ਕੁਝ ਗੱਲਾਂ ਸਾਡੇ ਸਿੱਖਾਂ ਦੇ ਲਈ ਆਖੀਆਂ ਨੇ। ਉਹਨੇ ਕਿਹਾ ਵੀ ਵਿਸ਼ਵਾਸ ਜਿਹੜਾ ਨਾ, ਤੁਹਾਡਾ ਵਿਸ਼ਵਾਸ ਜਿਹੜਾ ਤੁਹਾਨੂੰ ਜਦੋਂ ਬਚਾਉਂਦਾ ਹੈ, ਤੁਹਾਡੇ ਘਰਾਨੇ ਨੂੰ ਵੀ ਉਸੇ ਤਰ੍ਹਾਂ ਦਾ ਵਿਸ਼ਵਾਸ ਕਰਨਾ ਪਵੇਗਾ, ਸੇਮ, ਫਿਰ ਉਹ ਬਚਾਏ ਜਾ ਸਕਦੇ ਨੇ, ਵਰਨਾ ਨਹੀਂ ਬਚਾਏ ਜਾ ਸਕਦੇ। ਇਹ ਨਹੀਂ ਹੈ ਕਿ ਮੈਂ ਇਕੱਲਾ ਵਿਸ਼ਵਾਸ ਕਰ ਲਵਾਂ ਮੇਰਾ ਸਾਰਾ ਘਰਾਨਾ ਬਚਾਇਆ ਜਾਵੇਗਾ, ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ। ਜਿਸ ਤਰ੍ਹਾਂ ਮੇਰਾ ਵਿਸ਼ਵਾਸ ਹੈ ਉਸੇ ਤਰ੍ਹਾਂ ਦਾ ਹੀ ਮੇਰੇ ਘਰਾਨੇ ਦਾ ਵਿਸ਼ਵਾਸ ਹੋਵੇਗਾ ਤੇ ਫਿਰ ਉਹ ਬਚਾਇਆ ਜਾ ਸਕਦਾ। ਤੂੰ ਬਚ ਤੇ ਤੇਰਾ ਘਰਾਨਾ ਵੀ ਬਚਾਇਆ ਜਾਵੇਗਾ। ਤੂੰ ਵਿਸ਼ਵਾਸ ਕਰ, ਤੂੰ ਵਿਸ਼ਵਾਸ ਕਰ, ਤੇਰੇ ਘਰਾਨੇ ਦੇ ਲਈ ਵੀ ਇਹੋ ਹੀ ਵਿਸ਼ਵਾਸ ਹੋਵੇ, ਤੇਰਾ ਘਰਾਨਾ ਵੀ ਬਚਾਇਆ ਜਾਵੇਗਾ। ਆਓ ਅੱਗੇ ਗੱਲ ਨੂੰ ਪੜ੍ਹਦੇ ਆਪਾਂ, ਇੱਥੇ ਪੂਰਾ ਕਲੀਅਰ ਕੀਤਾ ਗਿਆ। ਤਾਂ ਉਹਨਾਂ ਉਸ ਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ, ਜਿਹੜੇ ਉਸ ਦੇ ਘਰ ਵਿੱਚ ਸਨ, ਹਾਂਜੀ, ਪ੍ਰਭੂ ਦਾ ਵਚਨ ਸੁਣਾਇਆ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਤੇਰੇ ਲਈ ਇਕੱਲਾ ਵਚਨ ਜ਼ਰੂਰੀ ਨਹੀਂ ਹੈ, ਤੇਰੇ ਘਰਾਨੇ ਨੂੰ ਵੀ ਇਹ ਵਚਨ ਸੁਣਾਇਆ ਜਾਵੇਗਾ, ਇਸੇ ਵਿਸ਼ਵਾਸ ਦਾ। ਜੇ ਤੇਰਾ ਘਰਾਨਾ ਇਸੇ ਵਚਨ ਤੇ ਵਿਸ਼ਵਾਸ ਕਰੇਗਾ, ਜਿਸ ਵਚਨ ਤੇ ਤੂੰ ਵਿਸ਼ਵਾਸ ਕਰ ਰਿਹਾ ਹੈ, ਫਿਰ ਤੇਰਾ ਘਰਾਨਾ ਵੀ ਬਚਾਇਆ ਜਾਵੇਗਾ। ਉਹੋ ਹੀ ਵਚਨ ਸੇਮ ਉਹਦੇ ਪਰਿਵਾਰ ਨੂੰ ਵੀ ਦੱਸਿਆ ਗਿਆ। ਭੈਣੋ ਭਾਈਓ, ਇਹ ਅੱਜ ਕਈਆਂ ਦਾ ਭੁਲੇਖਾ ਹੈ। ਉਹ ਇਸ ਗੱਲ ਨੂੰ ਲੈ ਕੇ ਬੜੇ ਖੁਸ਼ ਹੋ ਜਾਂਦੇ ਨੇ ਵੀ ਚਲੋ ਮੈਂ ਤਾਂ ਇਕੱਲਾ ਵਿਸ਼ਵਾਸ ਕਰਦਾ ਹੀ ਹਾਂ, ਮੇਰਾ ਘਰ ਦੇ ਵੀ ਬਚ ਜਾਣਗੇ। ਇੱਕ ਬਚਨਾ, ਇੱਕ ਜਿਹੜਾ ਮੁਕਤੀ ਦਾ ਸੰਬੰਧ ਹੈ, ਇਹ ਵਿਅਕਤੀਗਤ ਰੂਪ ਦੇ ਵਿੱਚ ਹੈ। ਇਹ ਤੁਹਾਡੇ ਇਕੱਲੇ ਦੇ ਨਾਲ ਸੰਬੰਧ ਰੱਖਦਾ ਹੈ। ਜਦੋਂ ਉਹਨੇ ਆਵਾਜ਼ ਮਾਰੀ ਸੀਗੀ ਤੇ ਇਕੱਲੇ ਲਾਜ਼ਰ ਨੂੰ ਆਵਾਜ਼ ਮਾਰੀ ਸੀਗੀ, ਜੋ ਸੇ ਇਕੱਲੇ ਲਾਜ਼ਰ ਨੂੰ ਆਵਾਜ਼ ਮਾਰੀ ਸੀਗੀ ਤੇ ਇਕੱਲਾ ਲਾਜ਼ਰ ਹੀ ਕਬਰ ਤੋਂ ਬਾਹਰ ਆਇਆ ਸੀ, ਔਰ ਇਕੱਲੇ ਲਾਜ਼ਰ ਨੇ ਉਹਦੀ ਆਵਾਜ਼ ਸੁਣੀ ਸੀ। ਕਬਰਾਂ ਤਾਂ ਹੋਰ ਵੀ ਬਹੁਤ ਹੋਣਗੀਆਂ। ਤਾਂ ਭੈਣੋ ਭਾਈਓ, ਅੱਜ ਜਿਹੜੇ ਵਚਨ ਤੇ ਅਸੀਂ ਵਿਸ਼ਵਾਸ ਕਰਦੇ ਪਏ ਹਾਂ, ਜੇ ਕੋਈ ਹੋਰ ਵੀ ਬਚਣਾ ਚਾਹੁੰਦਾ, ਉਸੇ ਤਰ੍ਹਾਂ ਦਾ ਵਿਸ਼ਵਾਸ ਉਹਨੂੰ ਕਰਨਾ ਪਵੇਗਾ। ਇਹ ਨਹੀਂ ਹੈ ਕਿ ਇੱਕ ਜਣੇ ਨੇ ਵਿਸ਼ਵਾਸ ਕਰ ਲਿਆ, ਬਾਕੀ ਸਾਰਾ ਪਰਿਵਾਰ ਵਿਸ਼ਵਾਸ ਨਾ ਕਰੇ। ਉਸੇ ਤਰ੍ਹਾਂ ਦਾ ਵਿਸ਼ਵਾਸ ਹੁੰਦਾ ਹੋਵੇਗਾ ਤੇ ਫਿਰ ਉਹ ਬਚੇਗਾ। ਸਾਰੇ ਪਰਿਵਾਰ ਨੂੰ ਵਚਨ ਸੁਣਾਇਆ, ਹਾਂਜੀ, ਅਤੇ ਰਾਤ ਨੂੰ ਉਸੇ ਘੜੀ ਉਸਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਜ਼ਖਮ ਧੋਤੇ ਅਤੇ ਉਸਨੇ ਔਰ ਉਹਦੇ ਸਾਰੇ ਘਰਦਿਆਂ ਨੇ ਉਸੇ ਨੇ ਤੇ ਉਹਦੇ ਸਾਰੇ ਘਰਦਿਆਂ ਨੇ ਉਸੇ ਘੜੀ ਬੋਲੋ ਹਾਲੇਲੂਇਆ। ਅੱਜ ਲੋਕ ਭੁਲਾਵੇਂ ਦੇ ਵਿੱਚ ਨੇ, ਭੁਲੇਖੇ ਦੇ ਵਿੱਚ ਨੇ। ਚਲੋ ਮੇਰਾ ਵਿਸ਼ਵਾਸ ਹੈ, ਮੇਰਾ ਘਰਾਨਾ ਵੀ ਬਚਾਇਆ ਜਾਵੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਬਚਾਇਆ ਜਾਵੇਗਾ। ਪਰ ਸੇਮ ਉਸੇ ਤਰ੍ਹਾਂ ਦਾ ਵਿਸ਼ਵਾਸ ਹੋਣ ਦੇ ਨਾਲ, ਉਸੇ ਤਰ੍ਹਾਂ ਦਾ ਵਿਸ਼ਵਾਸ ਹੋਵੇਗਾ, ਫਿਰ ਉਹ ਬਚਾਇਆ ਜਾਵੇਗਾ। ਤਾਂ ਭੈਣੋ ਭਾਈਓ, ਅਸੀਂ ਇਸ ਗੱਲ ਤੇ ਧਿਆਨ ਦਈਏ। ਜੇ ਸਾਡਾ ਵਿਸ਼ਵਾਸ ਉਸ ਜਗ੍ਹਾ ਤੇ ਨਹੀਂ ਹੈ ਤਾਂ ਅਸੀਂ ਬਚਾਏ ਨਹੀਂ ਜਾ ਸਕਦੇ। ਜੇ ਅਸੀਂ ਵਿਸ਼ਵਾਸ ਉਸੇ ਤਰ੍ਹਾਂ ਸੇਮ ਨਹੀਂ ਕਰਦੇ ਤਾਂ ਸਾਡਾ ਵੀ ਬਚਾਇਆ ਜਾਣਾ ਨਹੀਂ ਹੋ ਸਕਦਾ, ਕਿਉਂਕਿ ਉਸੇ ਤਰ੍ਹਾਂ ਦਾ ਵਿਸ਼ਵਾਸ ਹੀ ਸਾਨੂੰ ਉਠਾਏ ਜਾਣ ਦੇ ਵਿੱਚ ਕਰਨਾ ਪਵੇਗਾ। ਜੇ ਮੇਰਾ ਉਠਾਇਆ ਜਾਣਾ ਹੋਵੇਗਾ ਤੇ ਉਸੇ ਤਰ੍ਹਾਂ ਦਾ ਉਸ ਪਰਿਵਾਰ ਦਾ ਹੋਵੇਗਾ, ਜੇ ਉਸ ਪਰਿਵਾਰ ਦਾ ਉਸੇ ਤਰ੍ਹਾਂ ਦਾ ਹੀ ਵਿਸ਼ਵਾਸ। ਬੋਲੋ ਹਾਲੇਲੂਇਆ। ਤਾਂ ਭੈਣੋ ਭਾਈਓ, ਅਸੀਂ ਇਹਨਾਂ ਗੱਲਾਂ 'ਤੇ ਧਿਆਨ ਦਈਏ। ਉਹਨੇ ਉਸੇ ਰਾਤ ਉਹਨਾਂ ਦੇ ਜ਼ਖਮ ਧੋਤੇ, ਟਹਿਲ ਸੇਵਾ ਕੀਤੀ, ਆਦਰ ਭਾਵ ਕੀਤਾ। ਸਾਰੇ ਪਰਿਵਾਰ ਨੇ ਵਚਨ ਸੁਣਿਆ ਔਰ ਸਾਰੇ ਪਰਿਵਾਰ ਨੇ ਯਿਸੂ ਮਸੀਹ ਦੇ ਬਪਤਿਸਮਾ ਲਿਆ, ਉਹਦੇ ਨਾਮ ਦੇ ਵਿੱਚ ਅੱਗੇ ਵਧੇ, ਉਹਦੇ ਨਾਮ ਦੇ ਉੱਤੇ ਵਿਸ਼ਵਾਸ ਕੀਤਾ। ਇਸ ਗੱਲੋਂ ਪੌਲਸ ਕਹਿ ਰਿਹਾ ਸੀਗਾ ਵੀ ਤੂੰ ਵਿਸ਼ਵਾਸ ਕਰ ਤੇ ਤੇਰਾ ਘਰਾਨਾ ਵੀ ਨਾਲ ਹੀ ਬਚਾਇਆ ਜਾਵੇਗਾ। ਔਰ ਉਸੇ ਵਿਸ਼ਵਾਸ ਦੇ ਵਿੱਚ ਉਸ ਪਰਿਵਾਰ ਨੂੰ ਆਉਣਾ ਪਿਆ। ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਪਰਿਵਾਰ ਬਚੇ ਤੇ ਸਾਡੇ ਪਰਿਵਾਰ ਨੂੰ ਵੀ ਉਸੇ ਵਿਸ਼ਵਾਸ ਦੇ ਵਿੱਚ ਆਉਣਾ ਪਵੇਗਾ। ਲੱਗੀ ਸਾਰਿਆਂ ਨੂੰ ਸਮਝ?
क्योंकि साडा प्राण जगवेदी दे हेठ है ते सानू लोड़ है कि जे उस जगवेदी दे हेठा साडा प्राण है, साडे सारे परिवार दे प्राण उत्थे होण, साडा सारिਆਂ ਦਾ विश्वास उत्थे होवे। क्योंकि बाइबल दसदी है जे ये तंबू जिहा घर ढह जाएगा तो सानू एक होर मिलेगा जिन्हों हाथ भी नहीं लाया गया। आओ इस गल नूं पढ़ लो, आओ असीं खुश होइए, आनंद होइए, क्योंकि वचन साडी जिंदगी दे विच पूरा होना चाहिए। दूसरा करंथिया 5:1 असीं वचन नूं पूरा कर रहे हां, वचन जरूर साडे उपर अपने आप नूं प्रगट करेगा। हाँ जी, ਅਸੀਂ ਜਾਣਦੇ ਹਾਂ ਭਾਈ ਜੇ ਸਾਡਾ ਤੰਬੂ ਜਿਹਾ ਘਰ, ਜੇ ਸਾਡਾ ਇਹ ਤੰਬੂ ਜਿਹਾ ਘਰ ਜਿਹੜਾ ਧਰਤੀ ਦੇ ਉੱਤੇ ਹੈ ਢਹਿ ਪਵੇ ਤਾਂ ਪਰਮੇਸ਼ਵਰ ਤੋਂ ਇੱਕ ਘਰ ਸਾਨੂੰ ਮਿਲੇਗਾ ਜਿਹੜਾ ਬਿਨਾਂ ਹੱਥ ਲਾਏ ਅਟਲ ਸਵਰਗ ਦੇ ਵਿੱਚ ਬਣਿਆ ਹੋਇਆ ਹੈ। ਅਸੀਂ ਉਸ ਘਰ ਦੇ ਵਿੱਚ ਜਾਣ ਦੇ ਲਈ ਤਿਆਰੀ ਕਰ ਰਹੇ ਹਾਂ ਭੈਣੋ ਭਾਈਓ। ਇਹ ਤੰਬੂ ਜਿਹਾ ਘਰ ਤਾਂ ਢੱਠ ਹੀ ਜਾਣਾ, ਇਹਦਾ ਅੱਜ ਢਹਿ ਜਾਏ ਕੱਲ ਢਹਿ ਜਾਏ, ਪਰ ਸਾਨੂੰ ਉਹ ਘਰ ਮਿਲਣ ਦੇ ਲਈ ਜਾ ਰਿਹਾ ਹੈ ਜਿਹਨੂੰ ਹੱਥ ਨਹੀਂ ਲਾਇਆ ਗਿਆ। ਉਹ ਅਟਲ ਹੈ ਔਰ ਕਿੱਥੇ ਹੈ? ਸਵਰਗ ਦੇ ਵਿੱਚ। ਇਸੇ ਉਮੀਦ ਦੇ ਨਾਲ, ਇਸੇ ਆਸ ਦੇ ਨਾਲ ਅਯੂਬ ਆਪਣੇ ਬੱਚਿਆਂ ਦੇ ਪ੍ਰਤੀ ਭੇਟਾਂ ਬੜੀਆਂ ਚੜਾ ਰਿਹਾ ਸੀਗਾ। ਉਸ ਹਵਾਲਿਆਂ ਨੂੰ ਅਸੀਂ ਪੜ੍ਹਦੇ ਨਹੀਂ, ਤੁਸੀਂ ਲਿਖ ਲਓ। ਅਯੂਬ ਦੀ ਕਿਤਾਬ 1:5 ਹੈ। ਉਹਨਾਂ ਵਚਨਾਂ ਨੂੰ ਪੂਰਾ ਕਰ ਰਹੇ ਜਿਹੜੇ ਵਚਨ ਪਰਮੇਸ਼ਰ ਨੂੰ ਭਾਉਂਦੇ ਸੀਗੇ। ਪਰਮੇਸ਼ਰ ਚਾਹੁੰਦਾ ਸੀਗਾ ਭੇਟ ਬਲੀ ਚੜਾਈ ਜਾਵੇ ਔਰ ਆਪਣੇ ਬੱਚਿਆਂ ਦੇ ਲਈ ਉਹ ਭੇਟਾਂ ਬਲੀਆਂ ਚੜਾ ਰਿਹਾ ਹੈ। ਭਾਈ ਇਬਰਾਹਿਮ ਨੇ ਆਖਿਆ, ਉਹ ਸੋਚ ਰਿਹਾ ਸੀਗਾ ਸ਼ਾਇਦ ਮੈਨੂੰ ਪਤਾ ਨਹੀਂ ਉਹਨਾਂ ਨੇ ਪਾਪ ਕੀਤਾ ਜਾਂ ਨਹੀਂ ਕੀਤਾ, ਸ਼ਾਇਦ ਉਹ ਕੋਈ ਗਲਤੀ ਕਰ ਪੈਣ, ਪਰ ਮੈਂ ਚਾਹੁੰਦਾ ਕਿ ਉਹ ਬਚਾਏ ਜਾਣ। ਇਸ ਕਰਕੇ ਉਹ ਭੇਟਾਂ ਬਲੀਆਂ ਚੜਾਉਂਦਾ ਆਪਣੇ ਬੱਚਿਆਂ ਦੇ ਪ੍ਰਤੀ ਕਿ ਉਹ ਕਿਤੇ ਗਲਤੀ ਵੀ ਕਰ ਲੈਣ ਤਾਂ ਇਹ ਭੇਟ ਬਲੀ ਵੇਖ ਕੇ ਪਰਮੇਸ਼ਰ ਉਹਨਾਂ ਤੇ ਨਾਰਾਜ਼ ਨਾ ਹੋਵੇ, ਉਹਨਾਂ ਨੂੰ ਸਜ਼ਾ ਨਾ ਦੇਵੇ, ਉਹਨਾਂ ਨੂੰ ਬਚਾ ਲਵੇ। ਇਸੇ ਉਮੀਦ ਦੇ ਨਾਲ ਔਰ ਉਹ ਭੇਟਾਂ ਬਲੀਆਂ ਉਹਦੇ ਕੰਮ ਆਈਆਂ। ਅਸੀਂ ਦੇਖਦੇ ਹਾਂ ਅਯੂਬ ਦੀ ਕਿਤਾਬ 42 ਅਧਿਆਏ। ਉਹ ਭੇਟਾਂ ਬਲੀਆਂ ਜਿਸ ਵਿਸ਼ਵਾਸ ਦੇ ਨਾਲ, ਜਿਸ ਆਸ ਦੇ ਨਾਲ ਚੜਾ ਰਿਹਾ ਸੀਗਾ, ਉਹ ਭੇਟਾਂ ਬਲੀਆਂ ਉਹਦੇ ਕੰਮ ਆਈਆਂ ਔਰ ਪਰਮੇਸ਼ਰ ਨੇ ਉਸ ਵਚਨ ਨੂੰ ਪੂਰਾ ਕੀਤਾ। ਕਿਉਂਕਿ ਅਯੂਬ ਧਰਤੀ ਦੇ ਉਸ ਵਚਨ ਨੂੰ ਪੂਰਾ ਕਰ ਰਿਹਾ ਸੀਗਾ, ਪਰਮੇਸ਼ਰ ਉਹਦੀ ਜ਼ਿੰਦਗੀ ਦੇ ਵਿੱਚ ਉਸ ਵਚਨ ਨੂੰ ਪੂਰਾ ਕਰ ਰਿਹਾ ਸੀਗਾ। ਆਓ ਅਸੀਂ 42 ਅਧਿਆਏ 12 ਤੋਂ ਅੱਗੇ ਪੜ੍ਹਦੇ ਹਾਂ। ਅਯੂਬ ਦੀ ਕਿਤਾਬ 42 ਅਧਿਆਏ 12 ਤੋਂ ਅੱਗੇ ਪੜ੍ਹਦੇ ਹਾਂ। ਸੋ ਯਹੋਵਾ ਨੇ ਅਯੂਬ ਨੂੰ ਆਖਰੀ ਅਵਸਥਾ ਨੂੰ, ਯਹੋਵਾ ਨੇ ਅਯੂਬ ਦੀ ਆਖਰੀ ਅਵਸਥਾ ਨੂੰ ਉਹਦੀ ਪਹਿਲੀ ਅਵਸਥਾ ਤੋਂ ਵੱਧ ਬਰਕਤ ਦਿੱਤੀ, ਦੁਗਣੀ ਬਰਕਤ ਦਿੱਤੀ, ਵੱਧ ਬਰਕਤ ਦਿੱਤੀ। ਹੁਣ ਭੈਣੋ ਭਾਈਓ, ਪਰਮੇਸ਼ਰ ਆਪਣੇ ਵਚਨ ਨੂੰ ਪੂਰਾ ਕਰਨ ਦੇ ਵਿੱਚ ਸਮਰੱਥ ਹੈ। ਉਹਦਾ ਮਾਲ ਡੰਗਰ ਡਬਲ ਹੋ ਗਿਆ, ਜੋ ਕੁਝ ਵੀ ਉਹਦੇ ਕੋਲ ਸੀਗਾ ਡਬਲ ਹੋ ਗਿਆ। ਇੱਥੋਂ ਤੱਕ ਉਹਦੇ ਬੱਚਿਆਂ ਦਾ ਵੀ ਛੁਟਕਾਰਾ ਹੋ ਗਿਆ। ਉਹਦੇ 7 ਬੱਚੇ ਸੀਗੇ, 7 ਦੇ 7 ਹੀ ਬਚ ਗਏ। ਔਰ ਭਾਈ ਇਬਰਾਹਿਮ ਨੇ ਆਖਿਆ ਉਹਦੇ ਬੱਚੇ ਉਹਦੀ ਮਹਿਮਾ ਦੇ ਵਿੱਚ ਬਚਾਏ ਗਏ, ਸਵਰਗ ਦੇ ਵਿੱਚ ਬਚਾਏ ਗਏ। ਔਰ ਉਹ ਅਯੂਬ ਦੀ ਉਡੀਕ ਕਰ ਰਹੇ ਸੀਗੇ, ਆਪਣੇ ਪਿਤਾ ਦੀ ਉਡੀਕ ਕਰ ਰਹੇ ਸੀਗੇ, ਔਰ ਅੱਜ ਅਯੂਬ ਉਹਨਾਂ ਦੇ ਕੋਲ ਹੈ। ਇਸੇ ਤਰ੍ਹਾਂ ਭੈਣੋ ਭਾਈਓ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਵੀ ਪਰਿਵਾਰ ਬਚਾਇਆ ਜਾਵੇ ਤਾਂ ਸਾਨੂੰ ਚਾਹੀਦਾ ਹੈ ਕਿ ਸਾਡੇ ਪਰਿਵਾਰ ਨੂੰ ਉਸੇ ਤਰ੍ਹਾਂ ਦਾ ਵਿਸ਼ਵਾਸ ਦੱਸਿਆ ਜਾਵੇ ਜੋ ਅਸੀਂ ਕਰ ਰਹੇ ਹਾਂ, ਔਰ ਜਿਸ ਵਿਸ਼ਵਾਸ ਦੀ ਇਹ ਵਚਨ ਮੰਗ ਕਰਦਾ ਹੈ। ਕਿਉਂਕਿ ਵਿਸ਼ਵਾਸ ਦੇ ਨਾਲ ਹੀ ਚੰਗਿਆਈ ਹੈ, ਵਿਸ਼ਵਾਸ ਦੇ ਨਾਲ ਹੀ ਛੁਟਕਾਰਾ ਹੈ। ਔਰ ਵਚਨ ਜੋ ਸੱਚ ਹੈ ਉਹ ਅਸੀਂ ਦੇਖਦੇ ਹਾਂ। ਯਾਕੂਬ ਅਬਰਾਹਮ ਦੀ ਪ੍ਰਸ਼ੰਸਾ ਕਰ ਰਿਹਾ ਹੈ। ਅਬਰਾਹਮ ਦੇ ਕੰਮ ਜਿਹੜੇ ਲੋਕਾਂ ਨੇ ਵੇਖੇ ਸੀਗੇ, ਬੋਲੋ ਹਾਲੇਲੂਇਆ।
ਯਾਕੂਬ ਜਿਹੜਾ ਹੈ ਅਬਰਾਹਮ ਦੇ ਕੰਮਾਂ ਦੇ ਉੱਤੇ ਵਿਸ਼ਵਾਸ ਨੂੰ ਖਿਲਾਰ ਰਿਹਾ ਹੈ। ਉਹਨੇ ਕਿਹਾ ਵੀ ਉਹਨੇ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਪਰਮੇਸ਼ਰ ਨੇ ਉਹਨੂੰ ਧਰਮੀ ਠਹਿਰਾਇਆ ਹੈ ਕੰਮਾਂ ਦੇ ਕਰਕੇ। ਕਿਉਂਕਿ ਲੋਕੀ ਉਹਦਾ ਕੰਮ ਵੇਖ ਰਹੇ ਸੀਗੇ, ਇਸ ਕਰਕੇ ਯਾਕੂਬ ਨੇ ਉਹਦੇ ਕੰਮਾਂ ਦੀ ਗੱਲ ਕੀਤੀ ਹੈ ਬਾਈਬਲ ਦੇ ਵਿੱਚ। ਆਓ ਅਸੀਂ ਕੁਝ ਗੱਲਾਂ ਦੇਖਦੇ ਹਾਂ ਭੈਣੋ ਭਾਈਓ। ਯਾਕੂਬ ਦੀ ਪੱਤਰੀ 2 ਅਧਿਆਇ ਉਹਦੀ 21 ਆਇਤ ਪੜ੍ਹਦੇ ਹਾਂ। ਕਿ ਸਾਡਾ ਪਿਤਾ ਅਬਰਾਹਮ ਅਮਲਾਂ ਨਾਲ ਧਰਮੀ ਨਹੀਂ ਠਹਿਰਾਇਆ ਗਿਆ। ਬੋਲੋ ਹਾਲੇਲੂਇਆ। ਹੁਣ ਯਾਕੂਬ ਉਹਦੇ ਕੰਮਾਂ ਦੇ ਬਿਆਨ ਕਰ ਰਿਹਾ ਹੈ ਕਿਉਂਕਿ ਲੋਕ ਉਹਦੇ ਕੰਮ ਨੂੰ ਦੇਖ ਰਹੇ ਸੀਗੇ, ਅਬਰਾਹਮ ਦੇ ਕੰਮ ਦੇਖ ਰਹੇ ਸੀਗੇ, ਕਿਉਂਕਿ ਜਿਹੜੇ ਉਹ ਕੰਮ ਕਰ ਰਿਹਾ ਸੀਗਾ ਉਹ ਕੰਮਾਂ ਦੇ ਨਾਲ ਉਹਨੇ ਧਰਮੀ ਠਹਿਰਾਇਆ ਗਿਆ, ਕਿਉਂਕਿ ਕੰਮ ਉਹ ਕਰ ਰਿਹਾ ਸੀਗਾ ਜਿਹੜਾ ਅਬਰਾਹਮ ਦੇ ਅੰਦਰ ਵਿਸ਼ਵਾਸ ਸੀਗਾ। ਔਰ ਪੌਲਸ ਇਹ ਗੱਲ ਕਰ ਰਿਹਾ ਰੋਮੀਆਂ ਦੀ ਪੱਤਰੀ, ਅਸੀਂ ਰੋਮੀਆਂ ਦੀ ਪੱਤਰੀ ਵੀ ਦੇਖਦੇ ਹਾਂ। ਥੋੜਾ ਵਚਨ ਨੂੰ ਲਵਾਂਗੇ ਕਿਉਂਕਿ ਸਮੇਂ ਦਾ ਧਿਆਨ ਰੱਖਣਾ ਭੈਣੋ ਭਾਈਓ, ਸਮੇਂ ਦਾ ਅਸੀਂ ਪੂਰਾ ਧਿਆਨ ਰੱਖਾਂਗੇ। ਔਰ ਰੋਮੀਆਂ ਦੀ ਪੱਤਰੀ 4 ਦੇ 2 ਤੇ 3 ਆਇਤ ਨੂੰ ਪੜ੍ਹਦੇ ਹਾਂ। ਰੋਮੀਆਂ ਦੀ ਪੱਤਰੀ 4 ਦੇ 2 ਤੇ 3 ਆਇਤ। ਕਿਉਂਕਿ ਜੇ ਅਬਰਾਹਮ ਕਰਨੀਆਂ ਕਰਕੇ ਧਰਮੀ ਠਹਿਰਾਇਆ ਗਿਆ ਤਾਂ ਉਹਨੂੰ ਘਮੰਡ ਥਾਂ। ਹੁਣ ਇੱਥੇ ਤੁਸੀਂ ਧਿਆਨ ਦੇਣਾ ਭੈਣੋ ਭਾਈਓ, ਜੇ ਉਹ ਕੰਮਾਂ ਕਰਕੇ ਧਰਮੀ ਠਹਿਰਾਇਆ ਗਿਆ ਤਾਂ ਉਹਨੂੰ ਘਮੰਡ ਦੀ ਥਾਂ ਸੀਗੀ। ਪਰ ਅਸੀਂ ਕੁਝ ਗੱਲਾਂ ਇੱਥੇ ਸਿੱਖਣੀਆਂ ਨੇ। ਇਹ ਜੋ ਵੀ ਵਚਨ ਦੇ ਵਿੱਚ ਜਿਹੜੀ ਵੀ ਗੱਲ ਲਿਖੀ ਗਈ ਹੈ ਬਿਲਕੁਲ ਸੱਚ ਹੈ, ਕਿਉਂਕਿ ਅਬਰਾਹਮ ਦੇ ਕੰਮਾਂ ਨੂੰ ਲੋਕ ਵੇਖ ਰਹੇ ਸੀਗੇ, ਇਸ ਕਰਕੇ ਯਾਕੂਬ ਨੇ ਉਹਦੇ ਕੰਮਾਂ ਦਾ ਬਿਆਨ ਕੀਤਾ। ਔਰ ਪੌਲਸ ਉਸ ਗੱਲ ਦਾ ਬਿਆਨ ਕਰ ਰਿਹਾ ਹੈ ਜੋ ਪਰਮੇਸ਼ਰ ਉਹਦੇ ਜੀਵਨ ਵਿੱਚ ਵੇਖ ਰਿਹਾ ਸੀਗਾ। ਪਰਮੇਸ਼ਰ ਉਹਦੇ ਜੀਵਨ ਵਿੱਚ ਕੀ ਵੇਖ ਰਿਹਾ ਸੀਗਾ? ਵਿਸ਼ਵਾਸ। ਜਿਸ ਵਿਸ਼ਵਾਸ ਦੇ ਨਾਲ ਉਹ ਕੰਮ ਕਰ ਰਿਹਾ ਸੀਗਾ, ਕਿਉਂਕਿ ਕੰਮਕਾਰ ਵਿਸ਼ਵਾਸ ਨੂੰ ਪ੍ਰਗਟ ਕਰਦਾ ਹੈ। ਹਾਂਜੀ, ਪਰੰਤੂ ਪਰਮੇਸ਼ਰ ਦੇ ਅੱਗੇ ਨਹੀਂ। ਪਰ ਪਰਮੇਸ਼ਰ ਦੇ ਅੱਗੇ ਉਹ ਕੰਮ ਸਲਾਏ ਨਹੀਂ ਜਾਣਗੇ। ਪਰਮੇਸ਼ਰ ਕੁਝ ਹੋਰ ਵੇਖ ਰਿਹਾ ਸੀਗਾ। ਹਾਂਜੀ, ਕਿਉਂ ਜੋ ਧਰਮ ਪੁਸਤਕ ਕੀ ਕਹਿੰਦੀ ਹੈ? ਹਾਂਜੀ, ਜੋ ਅਬਰਾਹਮ ਨੇ ਪਰਮੇਸ਼ਰ ਦੀ ਪ੍ਰਤੀਤ ਕੀਤੀ, ਜੋ ਅਬਰਾਹਮ ਨੇ ਪਰਮੇਸ਼ਰ ਦੀ ਪ੍ਰਤੀਤ ਕੀਤੀ, ਵਿਸ਼ਵਾਸ ਕੀਤਾ, ਅਤੇ ਇਹ ਉਹਦੇ ਲਈ ਧਰਮ ਗਿਣੀ ਗਈ। ਪੌਲਸ ਉਸ ਗੱਲ ਦਾ ਬਿਆਨ ਕਰ ਰਿਹਾ ਜੋ ਪਰਮੇਸ਼ਰ ਉਹਦੇ ਅੰਦਰ ਵੇਖ ਰਿਹਾ, ਕਿਉਂਕਿ ਪੌਲਸ ਨੇ ਗੱਲ ਕਹੀ ਹੈ ਕਿ ਮੈਨੂੰ ਸਾਰਾ ਕੁਝ ਪਰਮੇਸ਼ਰ ਤੋਂ ਸੌਂਪਿਆ ਗਿਆ। ਮੈਂ ਜੋ ਕੁਝ ਉਹਦੇ ਤੋਂ ਸੁਣਿਆ ਨਾ, ਇਹ ਸਾਰੀਆਂ ਗੱਲਾਂ ਮੈਨੂੰ ਉਹਦੇ ਵੱਲੋਂ ਸੌਂਪੀਆਂ ਗਈਆਂ ਨੇ ਔਰ ਮੈਂ ਤੁਹਾਨੂੰ ਵੀ ਦੱਸ ਰਿਹਾ। ਇਸ ਕਰਕੇ ਭੈਣੋ ਭਾਈਓ, ਜੋ ਵੀ ਪਰਮੇਸ਼ਰ ਆਪਣੇ ਵਚਨ ਦੇ ਪ੍ਰਤੀ ਬੋਲਦਾ ਹੈ ਉਹ ਹਮੇਸ਼ਾ ਹੀ ਸੱਚ ਬੋਲਦਾ ਹੈ। ਜਦ ਅਸੀਂ ਕਦੇ ਵਚਨ ਤੋਂ ਭੜਕ ਜਾਂਦੇ ਹਾਂ, ਅਸੀਂ ਦੇਖਦੇ ਹਾਂ ਵੀ ਇੱਥੇ ਕੁਝ ਹੋਰ ਲਿਖਿਆ ਹੈ, ਇੱਥੇ ਕੁਝ ਹੋਰ ਲਿਖਿਆ ਹੈ, ਤਾਂ ਅਸੀਂ ਉਹਦੇ ਭੜਕ ਜਾਂਦੇ ਹਾਂ ਕਿਤੇ ਗਲਤ ਲਿਖਿਆ ਹੋਇਆ। ਪਰਮੇਸ਼ਰ ਕਦੇ ਵੀ ਗਲਤ ਕੰਮ ਨਹੀਂ ਕਰਦਾ। ਪਰਮੇਸ਼ਰ ਹਮੇਸ਼ਾ ਹੀ ਠੀਕ ਸੱਚੇ ਕੰਮ ਕਰਦਾ ਹੈ, ਕਿਉਂਕਿ ਪਰਮੇਸ਼ਰ ਉਸ ਪ੍ਰਤੀ ਜਵਾਬਦੇਹ ਹੈ। ਉਹਨੂੰ ਉਸ ਗੱਲ ਦਾ ਜਵਾਬ ਦੇਣਾ ਪਵੇਗਾ ਜੋ ਪਰਮੇਸ਼ਰ ਨੇ ਕਹੀ ਹੈ। ਇਸੇ ਤਰ੍ਹਾਂ ਭੈਣੋ ਭਾਈਓ, ਅੱਜ ਲੋਕ ਵਚਨ ਨੂੰ ਪੜ੍ਹਦੇ ਨੇ ਔਰ ਉਸ ਗੱਲ ਨੂੰ ਲੈਂਦੇ ਨੇ ਜਿਹੜੀ ਗੱਲ ਉਹਨਾਂ ਨੂੰ ਨਹੀਂ ਸਹੀ ਲੱਗਦੀ ਉਹਨੂੰ ਗਲਤ ਠਹਿਰਾ ਦਿੰਦੇ ਨੇ, ਜਿਹੜੀ ਗੱਲ ਉਹਨਾਂ ਨੂੰ ਸਹੀ ਲੱਗਦੀ ਉਹਨੂੰ ਠੀਕ ਸਮਝਦੇ ਨੇ। ਪਰ ਭੈਣੋ ਭਾਈਓ, ਇਹ ਸਾਰੇ ਦਾ ਸਾਰਾ ਹੀ ਵਚਨ ਠੀਕ ਹੈ। ਸਿਰਫ ਕਮੀ ਹੁੰਦੀ ਹੈ ਤੇ ਸਾਡੇ ਵਿਸ਼ਵਾਸ ਦੇ ਵਿੱਚ, ਸਾਡੇ ਸਮਝਣ ਦੇ ਵਿੱਚ। ਇਸ ਕਰਕੇ ਸਾਨੂੰ ਉਹ ਵਿਸ਼ਵਾਸ ਚਾਹੀਦਾ ਹੈ ਜਿਹੜਾ ਸਾਡੀ ਸਮਝ ਖੋਲ ਦੇਵੇ। ਉਸੇ ਸਮਝ ਦੇ ਨਾਲ ਅਸੀਂ ਵਿਸ਼ਵਾਸ ਦੇ ਨਾਲ ਉਸੇ ਵਚਨ ਨੂੰ ਲਈਏ ਜਿਵੇਂ ਵਚਨ ਨੂੰ ਕਿਹਾ ਗਿਆ। ਜੇ ਵਚਨ ਉਸੇ ਤਰ੍ਹਾਂ ਨਹੀਂ ਲਿਆ ਜਾਂਦਾ ਤਾਂ ਇਹ ਪਰਮੇਸ਼ਰ ਦੀ ਆਤਮਾ ਨੂੰ ਉਦਾਸ ਕਰਦਾ। ਬੋਲੋ ਹਾਲੇਲੂਇਆ। ਹੁਣ ਦੇਖੋ ਮਰਕਸ ਕੀ ਕਹਿ ਰਿਹਾ ਇਸ ਵਿਸ਼ਵਾਸ ਦੇ ਬਾਰੇ। ਆਓ ਅਸੀਂ ਸੰਤ ਮਰਕਸ ਦੀ ਅੰਜੀਲ 11 ਦੇ 24 ਆਇਤ ਨੂੰ ਪੜ੍ਹਦੇ ਹਾਂ। ਹਰ ਬੰਦੇ ਨੇ ਵਿਸ਼ਵਾਸ ਦੀ ਗੱਲ ਕੀਤੀ ਹੈ ਔਰ ਹਰ ਇੱਕ ਨੇ ਵਿਸ਼ਵਾਸ ਦੇ ਬਾਰੇ ਦੱਸਿਆ।
ਆਓ ਅਸੀਂ ਮਰਕਜ਼ ਦੀ ਇੰਜੀਲ 11 ਦੇ 24 ਆਇਤ ਨੂੰ ਪੜ੍ਹਦੇ ਹਾਂ। ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਯਿਸੂ ਬੋਲ ਰਿਹਾ ਮਰਕਜ਼ ਦੇ ਰਾਹੀਂ, ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਹੁਣ ਮਰਕਜ਼ ਉਸ ਗੱਲ ਨੂੰ ਲਿਖ ਰਿਹਾ ਹੈ ਜੋ ਯਿਸੂ ਨੇ ਕਿਹਾ ਸੀਗਾ। ਯਿਸੂ ਮਸੀਹ ਕਹਿ ਰਹੇ ਵੀ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਜੋ ਤੁਸੀਂ ਪ੍ਰਾਰਥਨਾ ਕਰਕੇ ਮੰਗੋ, ਪ੍ਰਤੀਤ ਕਰੋ ਸਾਨੂੰ ਮਿਲ ਗਿਆ, ਤੁਹਾਨੂੰ ਮਿਲ ਗਿਆ। ਇਸ ਤਰ੍ਹਾਂ ਦਾ ਵਿਸ਼ਵਾਸ ਕਰੋ ਵੀ ਸਾਨੂੰ ਮਿਲ ਗਿਆ ਤੇ ਤੁਹਾਨੂੰ ਮਿਲੇਗਾ ਵੀ। ਫਿਰ ਅੱਜ ਲੋਕ ਵਿਸ਼ਵਾਸ ਤਾਂ ਕਰਦੇ ਨੇ, ਪਰ ਉਹਨਾਂ ਦੇ ਵਿਸ਼ਵਾਸ ਦੇ ਵਿੱਚ ਸਾਮਰਥ ਨਹੀਂ ਹੁੰਦੀ, ਮਜ਼ਬੂਤੀ ਨਹੀਂ ਹੁੰਦੀ, ਸਬੂਤੀ ਨਹੀਂ ਹੁੰਦੀ, ਕੋਈ ਪ੍ਰਮਾਣ ਨਹੀਂ ਹੁੰਦਾ। ਇਸ ਕਰਕੇ ਉਹਨਾਂ ਦੇ ਵਿਸ਼ਵਾਸ ਦੇ ਮੁਤਾਬਕ ਕਈ ਵਾਰ ਉਹਨਾਂ ਨੂੰ ਲੱਗਦਾ ਵੀ ਪ੍ਰਭੂ ਸਾਡੇ ਨਾਲ ਕੰਮ ਨਹੀਂ ਕਰ ਰਿਹਾ, ਪ੍ਰਭੂ ਸਾਡੇ ਉੱਤੇ ਖੁਸ਼ ਨਹੀਂ ਹੈ। ਤਾਂ ਭੈਣੋ ਭਾਈਓ, ਅਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਦੇਣਾ ਹੈ ਕਿ ਜਿਸ ਵਿਸ਼ਵਾਸ ਦੀ ਪ੍ਰਭੂ ਗੱਲ ਕਰ ਰਿਹਾ ਨਾ, ਅਸੀਂ ਉਸ ਵਿਸ਼ਵਾਸ ਨੂੰ ਲਈਏ, ਕਿਉਂਕਿ ਵਿਸ਼ਵਾਸ ਇੱਕ ਪਦਾਰਥ ਹੈ, ਵਿਸ਼ਵਾਸ ਆਤਮਾ ਹੈ, ਵਿਸ਼ਵਾਸ ਛੇਵੀਂ ਚੇਤਨਾ ਹੈ। ਇਸ ਕਰਕੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਚੀਜ਼ 'ਤੇ ਅਸੀਂ ਵਿਸ਼ਵਾਸ ਕਰ ਰਹੇ ਹਾਂ ਕਿ ਉਹ ਸਦਾ ਰਹਿਣ ਵਾਲੀ ਹੈ ਕਿ ਨਹੀਂ ਰਹਿਣ ਵਾਲੀ ਹੈ। ਜੇ ਉਹ ਸਦਾ ਰਹਿਣ ਵਾਲੀ ਚੀਜ਼ ਹੈ ਤਾਂ ਸਦਾ ਰਹਿਣ ਵਾਲੀ ਚੀਜ਼ ਇੱਕੋ ਹੀ ਹੈ, ਉਹ ਹੈ ਪਰਮੇਸ਼ਰ ਦਾ ਬੋਲਿਆ ਹੋਇਆ ਵਚਨ, ਜਿਹਦੇ 'ਤੇ ਅਸੀਂ ਜਿਉਂਦੇ ਰਹਿਣਾ ਔਰ ਸਦਾ ਲਈ ਜਿਉਂਦੇ ਰਹਿ ਸਕਦੇ ਹਾਂ। ਔਰ ਪ੍ਰਭੂ ਦਾ ਧੰਨਵਾਦ ਹੈ, ਯਾਕੂਬ ਕੁਝ ਹੋਰ ਗੱਲਾਂ ਨੂੰ ਬਿਆਨ ਕਰ ਰਿਹਾ। ਅਸੀਂ 5 ਅਧਿਆਏ ਦੇ ਵਿੱਚ ਵੇਖਦੇ ਹਾਂ, ਯਾਕੂਬ ਦੀ ਪੱਤਰੀ 5 ਅਧਿਆਏ ਕੁਝ ਗੱਲਾਂ ਨੂੰ ਦੇਖਦੇ ਹਾਂ, ਵਿਸ਼ਵਾਸ ਬਾਰੇ ਗੱਲਾਂ ਕਹਿ ਰਿਹਾ। ਆਓ ਅਸੀਂ ਵਿਸ਼ਵਾਸ ਦੇ ਬਾਰੇ ਹੋਰ ਪੜ੍ਹਦੇ ਹਾਂ 5 ਅਧਿਆਏ। ਬਸ ਥੋੜ੍ਹਾ ਸਮਾਂ ਇਸ ਵਚਨ ਨੂੰ ਹੋਰ ਲਵਾਂਗੇ, ਫਿਰ ਸਮਾਪਤ ਕਰਦੇ ਹਾਂ। ਉਹਦੀ 14 ਆਇਤ ਤੋਂ ਪੜ੍ਹਦੇ ਹਾਂ। ਕੀ ਤੁਹਾਡੇ ਵਿੱਚ ਕੋਈ ਮੰਨਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਭਾਈ, ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਝੱਸਣ, ਉਹਦੇ ਤੇ ਕੀ ਝੱਸਣ। ਕਈ ਲੋਕ ਇਹਨਾਂ ਗੱਲਾਂ ਤੇ ਵਹਿਮ ਕਰਦੇ ਨੇ, ਕਈ ਗੱਲਾਂ ਨੂੰ ਉਹ ਭੁਲੇਖੇ ਜਿਹੇ ਪੈ ਜਾਂਦੇ ਨੇ ਵੀ ਤੇਲ ਮਲਣਾ, ਤੇਲ ਤੇ ਪ੍ਰਾਰਥਨਾ ਕਰਨੀ ਕਿਤੇ ਮੂਰਤੀ ਪੂਜਾ ਹੈ। ਤਾਂ ਭੈਣੋ ਭਾਈਓ, ਜਿਹੜੇ ਪਾਣੀ ਵਗੈਰਾ ਦੇ ਪ੍ਰਾਰਥਨਾਵਾਂ ਕਰਦੇ ਨੇ, ਇਹ ਤਾਂ ਮੂਰਤੀ ਪੂਜਾ ਦੇ ਵਿੱਚ ਆ ਸਕਦਾ ਹੈ, ਪਰ ਜਿਹੜਾ ਤੇਲ ਹੈ, ਤੇਲ ਇੱਕ ਮਸਾ ਨੂੰ ਦਰਸਾਉਂਦਾ ਹੈ, ਤੇਲ ਇੱਕ ਮਸਾ ਦਾ ਪ੍ਰਤੀਕ ਹੈ। ਤੇਲ ਜਦੋਂ ਮਲਿਆ ਜਾਂਦਾ ਸੀਗਾ, ਉਸ ਆਦਮੀ ਨੂੰ ਮਸਾ ਕੀਤਾ ਜਾਂਦਾ ਸੀਗਾ, ਔਰ ਜਿਸ ਮਸਾ ਦੇ ਹੇਠੋਂ ਆ ਜਾਂਦਾ ਸੀਗਾ, ਉਹ ਆਪਣੀ ਉਸ ਚੀਜ਼ ਨੂੰ ਲੈਣ ਦੇ ਲਈ ਹੱਕਦਾਰ ਹੋ ਜਾਂਦਾ ਸੀਗਾ, ਕਿਉਂਕਿ ਉਹਦੇ ਤੇ ਇੱਕ ਮਸਾ ਉਂਡੇਲਿਆ ਗਿਆ। ਤਾਂ ਭੈਣੋ ਭਾਈਓ, ਇਹ ਬਾਈਬਲ ਹੈ, ਇਹ ਵਚਨ ਹੈ, ਇਹ ਕਿਸੇ ਆਦਮੀ ਦਾ ਲਿਖਿਆ ਹੋਇਆ ਨਹੀਂ ਹੈ, ਜਿਹੜਾ ਕਿਤੇ ਗਲਤ ਲਿਖ ਗਿਆ ਹੋਵੇਗਾ, ਕਿਤੇ ਠੀਕ ਲਿਖ ਗਿਆ ਹੋਵੇਗਾ। ਇਹ ਪਰਮੇਸ਼ਰ ਦੀ ਆਤਮਾ ਤੋਂ ਲਿਖਿਆ ਗਿਆ ਵਚਨ, ਔਰ ਇਹ ਯਾਕੂਬ ਜਿਹੜੀ ਗੱਲ ਬਿਆਨ ਕਰ ਰਿਹਾ, ਪਰਮੇਸ਼ਰ ਦੀ ਆਤਮਾ ਦੇ ਨਾਲ ਗੱਲ ਕਰ ਰਿਹਾ। ਜੇ ਤੁਹਾਡੇ ਵਿੱਚੋਂ ਕੋਈ ਮੰਨਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਘੱਲੇ, ਤਾਂ ਉਹ ਕੀ ਕਰਨ, ਉਹਦੇ ਤੇਲ ਝੱਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ। ਤੇਲ ਝੱਸਣ ਤੇ ਨਾਲ ਕੀ ਕਰਨ, ਪ੍ਰਾਰਥਨਾ ਕਰਨ। ਹਾਂਜੀ, ਅਤੇ ਪ੍ਰਾਰਥਨਾ ਜਿਹੜੀ ਹੋਵੇ ਉਹ ਬਿਮਾਰ ਨੂੰ ਬਚਾਵੇਗੀ। ਉਹ ਜਿਹੜੀ ਪ੍ਰਾਰਥਨਾ ਕੀਤੀ ਜਾਵੇਗੀ ਬਿਮਾਰ ਨੂੰ, ਪ੍ਰਾਰਥਨਾ ਹੋਣੀ ਕਿਸ ਤਰ੍ਹਾਂ ਦੀ ਚਾਹੀਦੀ ਹੈ। ਹਾਂਜੀ, ਪ੍ਰਭੂ ਉਹਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹਨੇ ਪਾਪ ਵੀ ਕੀਤੇ ਹੋਣ, ਉਹਨੂੰ ਕੀ ਕੀਤੇ ਜਾਣਗੇ, ਮਾਫ ਕੀਤੇ ਜਾਣਗੇ। ਬੋਲੋ ਹਾਲੇਲੂਇਆ। ਹਾਂਜੀ, ਇਸ ਲਈ ਤੁਸੀਂ ਆਪੋ ਵਿੱਚ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ। ਜੇ ਉਹਨੇ ਪਾਪ ਵੀ ਕੀਤੇ ਹੋਣਗੇ ਤਾਂ ਉਹਨੂੰ ਕੀ ਕੀਤੇ ਜਾਣਗੇ, ਮਾਫ ਕੀਤੇ ਜਾਣਗੇ। ਪਰ ਜਿਹੜੀ ਪ੍ਰਾਰਥਨਾ ਹੋਣੀ ਚਾਹੀਦੀ ਹੈ, ਵਿਸ਼ਵਾਸ ਦੇ ਨਾਲ ਹੋਣੀ ਚਾਹੀਦੀ ਹੈ। ਇਸ ਕਰਕੇ ਭੈਣੋ ਭਾਈਓ, ਜੇ ਸਾਡਾ ਵਿਸ਼ਵਾਸ ਹੈ ਕਿ ਅਸੀਂ ਚੰਗੇ ਹੋ ਸਕਦੇ ਹਾਂ, ਜੇ ਤੇਲ ਝੱਸ ਕੇ ਉਹਨੂੰ ਚੰਗਾ ਕੀਤਾ ਜਾ ਰਿਹਾ ਹੈ। ਤੇ ਭਾਈ ਬ੍ਰਾਹਨਮ ਦੇ ਕਈ ਸੰਦੇਸ਼ ਹੈਗੇ ਨੇ, ਜਿਨ੍ਹਾਂ ਦੇ ਵਿੱਚ ਪ੍ਰਾਰਥਨਾਵਾਂ ਜਦੋਂ ਕਰਦਾ ਸੀਗਾ ਤੇ ਭਾਈ ਨੈਵਲ ਤੇਲ ਝੱਸਦਾ ਸੀਗਾ, ਤੇਲ ਝੱਸਿਆ ਜਾਂਦਾ ਸੀਗਾ, ਔਰ ਭਾਈ ਬ੍ਰਾਹਨਮ ਪ੍ਰਾਰਥਨਾ ਵੀ ਕਰਦੇ ਨੇ। ਇਸ ਕਰਕੇ ਭੈਣੋ ਭਾਈਓ, ਅਸੀਂ ਕਦੇ ਵੀ ਭਰਮ ਦੇ ਵਿੱਚ ਨਹੀਂ ਪੈਣਾ। ਜਦੋਂ ਵਿਸ਼ਵਾਸ ਕੀਤਾ ਤਾਂ ਭਰਮ ਨਹੀਂ ਕਰਨਾ। ਭਰਮ ਕਰਨ ਵਾਲਾ ਉਹ ਇੱਕ ਉਛਾਲੇ ਵਰਗਾ, ਪਾਣੀ ਦੇ ਬੁਲਬੁਲੇ ਵਰਗਾ। ਇਸ ਕਰਕੇ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ, ਸਮਝ ਲੈਣਾ ਕਿ ਸਾਨੂੰ ਮਿਲ ਗਿਆ। ਔਰ ਇਹ ਗੱਲ ਚੇਲਿਆਂ ਦੇ ਨਾਲ ਵੀ ਹੁੰਦੀ ਸੀਗੀ। ਆਓ ਅਸੀਂ ਸੰਤ ਮਰਕਜ਼ ਦੀ ਇੰਜੀਲ 'ਚ ਇੱਕ ਗੱਲ ਹੋਰ ਵੇਖਦੇ, 6 ਅਧਿਆਏ। ਸੰਤ ਮਰਕਜ਼ ਦੀ ਇੰਜੀਲ 6 ਅਧਿਆਏ। ਅਸੀਂ ਜਲਦੀ ਵਚਨ ਨੂੰ ਲੈਂਦੇ ਹਾਂ, ਸਮਾਂ ਹੁੰਦਾ ਜਾ ਰਿਹਾ, ਵਚਨ ਤਾਂ ਬਹੁਤ ਲੰਬਾ ਹੈ।
ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਆਓ 6 ਦੇ 13 ਆਇਤ ਨੂੰ ਪੜ੍ਹਦੇ ਹਾਂ। ਔਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰਿਆਂ ਰੋਗੀਆਂ ਦੇ ਤੇਲ ਮਲ ਕੇ ਉਹਨਾਂ ਨੂੰ ਚੰਗਾ ਕੀਤਾ। ਆਮੀਨ। ਬੋਲੋ ਹਾਲੇਲੂਇਆ। ਜਦੋਂ ਦੋ ਜਗ੍ਹਾ ਤੇ ਗੱਲ ਮਿਲ ਜਾਵੇ ਤਾਂ ਸੱਚੀ ਹੋ ਜਾਣੀ ਚਾਹੀਦੀ ਹੈ। ਹੁਣ ਪ੍ਰਭੂ ਤੁਹਾਨੂੰ ਬਰਕਤ ਦੇਵੇ। ਭੈਣੋ ਭਾਈਓ, ਕਦੇ ਵੀ ਅਸੀਂ ਵਚਨ ਤੇ ਸ਼ੱਕ ਨਹੀਂ ਕਰਨਾ। ਜੋ ਵਚਨ ਜਿਵੇਂ ਕਹਿੰਦਾ ਹੈ ਅਸੀਂ ਉਵੇਂ ਹੀ ਕਰਨਾ ਹੈ। ਅਸੀਂ ਹਰ ਵਚਨ ਨੂੰ ਉਸੇ ਤਰੀਕੇ ਨਾਲ, ਉਸੇ ਵਿਸ਼ਵਾਸ ਦੇ ਨਾਲ ਲੈਣਾ ਹੈ ਜਿਸ ਵਿਸ਼ਵਾਸ ਦੇ ਨਾਲ ਵਚਨ ਲਿਖਿਆ ਗਿਆ। ਕਿਉਂਕਿ ਵਚਨ ਨੂੰ ਲਿਖਣ ਵਾਲਾ ਕੋਈ ਇਨਸਾਨ ਨਹੀਂ ਹੈ, ਇਹ ਖੁਦ ਪਵਿੱਤਰ ਆਤਮਾ ਹੈ। ਔਰ ਪਵਿੱਤਰ ਆਤਮਾ ਹੀ ਹੈ ਜਿਹੜਾ ਹਰ ਕਿਸੇ ਤੇ ਪ੍ਰਗਟ ਕਰਦਾ ਹੈ। ਕਿਉਂਕਿ ਯਿਸੂ ਮਸੀਹ ਨੇ ਕਿਹਾ ਜਦੋਂ ਆਤਮਾ ਆਵੇਗਾ ਸਾਰੀਆਂ ਗੱਲਾਂ ਤੁਹਾਡੇ ਤੇ ਕੀ ਕਰੇਗਾ? ਪ੍ਰਗਟ ਕਰੇਗਾ। ਔਰ ਉਹ ਗੱਲਾਂ ਪ੍ਰਗਟ ਕਰੇਗਾ ਜੋ ਮੈਂ ਕਹੀਆਂ ਨੇ। ਤਾਂ ਅੱਜ ਅਸੀਂ ਉਸੇ ਯਿਸੂ ਮਸੀਹ ਦੇ ਕਹੇ ਹੋਏ ਵਚਨ ਨੂੰ ਪੂਰਾ ਕਰ ਰਹੇ ਹਾਂ। ਤਾਂ ਉਹ ਯਿਸੂ ਮਸੀਹ ਅੱਜ ਵੀ ਜਿਉਂਦਾ ਹੈ। ਜਦੋਂ ਸਾਡਾ ਉਠਾਇਆ ਜਾਣਾ ਹੋਵੇਗਾ ਤਾਂ ਇਸੇ ਵਚਨ ਦੇ ਨਾਲ ਹੀ ਸਾਡਾ ਉਠਾਇਆ ਜਾਣਾ ਹੋਵੇਗਾ। ਕਿਉਂਕਿ ਅਸੀਂ ਵਚਨ ਨੂੰ ਪੂਰਾ ਕਰ ਰਹੇ ਹਾਂ। ਪ੍ਰਭੂ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਢਿੱਲਾ ਨਹੀਂ ਹੈ, ਮੱਠਾ ਨਹੀਂ ਹੈ। ਉਹ ਪੂਰਾ ਕਰੇਗਾ। ਉਹਦੇ ਵਾਅਦਿਆਂ ਦੀ ਉਡੀਕ ਕਰੀਏ, ਕਿਉਂਕਿ ਉਹਦੀ ਉਡੀਕ ਕਰਨ ਵਾਲੇ ਨਵੇਂ ਸਿਰੇ ਤੋਂ ਬਲ ਪਾਉਂਦੇ ਨੇ। ਬੋਲੋ ਹਾਲੇਲੂਇਆ। ਧੰਨਵਾਦ। ਪ੍ਰਭੂ ਦਾ ਵਚਨ ਤਾਂ ਬਹੁਤ ਲੰਬਾ ਹੈ, ਪਰ ਅਸੀਂ ਇੱਕ ਅੱਧਾ ਹੀ ਹਵਾਲਾ ਹੋਰ ਪੜ੍ਹ ਕੇ ਫਿਰ ਵਚਨ ਨੂੰ ਸਮਾਪਤ ਕਰਦੇ ਹਾਂ। ਸਮਾਂ ਕਾਫੀ ਹੁੰਦਾ ਜਾ ਰਿਹਾ ਹੈ। ਹੁਣ ਦੇਖੋ, ਸਾਡੇ ਵਿਸ਼ਵਾਸ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਡਾ ਵਿਸ਼ਵਾਸ ਇਹ ਹੈ ਕਿ ਇਹ ਜਿਹੜੀ ਕਲੀਸਿਆ, ਇਹ ਜਿਹੜੇ ਲੋਕ ਨੇ ਪ੍ਰਭੂ ਦੇ ਨੇ, ਤਾਂ ਇਹ ਵਿਸ਼ਵਾਸ ਕਰਨਾ ਹੈ ਕਿ ਅਸੀਂ ਪ੍ਰਭੂ ਦੇ ਲੋਕ ਹਾਂ। ਅਸੀਂ ਉਹਨਾਂ ਗੱਲਾਂ ਨੂੰ ਪੜ੍ਹ ਰਹੇ ਹਾਂ ਜੋ ਉਸੇ ਪ੍ਰਭੂ ਨੇ ਸਾਨੂੰ ਇਹ ਪੜ੍ਹਨ ਦੇ ਲਈ ਕਿਹਾ ਹੈ। ਆਓ ਅਸੀਂ ਮਤੀ ਦੀ ਇੰਜੀਲ, ਸੰਤ ਮਤੀ ਦੀ ਇੰਜੀਲ 16 ਦੇ 16 ਆਇਤ ਨਹੀਂ ਪੜ੍ਹਦੇ। ਸ਼ਿਮੋਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਹੈ। ਹਾਂਜੀ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਿਮੋਨ ਬਰਯੁਨਾ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ, ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ, ਇਹ ਗੱਲ ਤੇਰੇ ਉੱਤੇ ਹੁਣ ਉਸੇ ਪਰਮੇਸ਼ਰ ਦੀ ਅਸੀਂ ਭਗਤੀ ਕਰ ਰਹੇ ਹਾਂ ਜਿਹੜੀਆਂ ਗੱਲਾਂ ਚੇਲਿਆਂ ਤੇ ਪ੍ਰਗਟ ਹੋਈਆਂ ਨੇ। ਔਰ ਉਹਨਾਂ ਚੇਲਿਆਂ ਦੀਆਂ ਗੱਲਾਂ ਨੂੰ ਪੜ੍ਹ ਕੇ, ਉਹਨਾਂ ਰਸੂਲਾਂ ਦੀਆਂ ਗੱਲਾਂ ਨੂੰ ਪੜ੍ਹ ਕੇ, ਉਹਨਾਂ ਨਬੀਆਂ ਦੀਆਂ ਗੱਲਾਂ ਨੂੰ ਪੜ੍ਹ ਕੇ, ਜਿਹੜੀਆਂ ਨਬੀਆਂ ਰਸੂਲਾਂ ਦੀ ਨੀਂਦ ਉੱਤੇ ਸਾਡੀਆਂ ਉਸਾਰੀਆਂ ਹੋ ਰਹੀਆਂ ਨੇ, ਤਾਂ ਭੈਣੋ ਭਾਈਓ, ਜੇ ਵਚਨ ਉਹਨਾਂ ਚੇਲਿਆਂ ਦੀ ਅਗਵਾਈ ਭਰ ਰਿਹਾ, ਉਹਨਾਂ ਦੇ ਨਾਲ ਉਹਨਾਂ ਨੂੰ ਪ੍ਰਮਾਣ ਦੇ ਰਿਹਾ, ਵਚਨ ਉਹਨਾਂ ਨੂੰ ਪ੍ਰਮਾਣ ਦੇ ਰਿਹਾ। ਆਓ ਫਿਰ ਆਪਾਂ ਇੱਕ ਹਵਾਲਾ ਹੋਰ ਪੜ੍ਹੀਏ ਮਰਕਸ ਦੀ ਇੰਜੀਲ ਦੇ 16 ਅਧਿਆਏ ਦੇ ਵਿੱਚ। ਸੰਤ ਮਰਕਸ ਦੀ ਇੰਜੀਲ 16 ਅਧਿਆਏ, ਕਿਉਂਕਿ ਵਚਨ ਸਾਨੂੰ ਉਸੇ ਤਰ੍ਹਾਂ ਲੈਣਾ ਪਵੇਗਾ ਜਿਸ ਤਰ੍ਹਾਂ ਵਚਨ ਕਹਿ ਰਿਹਾ ਹੈ। ਆਓ ਅਸੀਂ ਵਚਨ 16 ਅਧਿਆਏ ਪੜ੍ਹਦੇ ਹਾਂ, 19 ਆਇਤ ਤੋਂ ਪੜ੍ਹਦੇ ਹਾਂ ਭੈਣੋ ਭਾਈ। ਬਸ ਇਹ ਲਾਸਟ ਗੱਲ ਪੜ੍ਹ ਕੇ ਆਪਾਂ ਸਮਾਪਤ ਕਰਦੇ ਹਾਂ। ਫਿਰ ਪ੍ਰਭੂ ਯਿਸੂ ਜਾਂ ਉਹਨਾਂ ਨਾਲ ਵਚਨ ਕਰ ਹਟਿਆ, ਆਕਾਸ਼ ਉੱਤੇ ਉਠਾ ਲਿਆ ਗਿਆ ਅਤੇ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠਾ। ਤੇ ਉਹਨਾਂ ਨੇ ਬਾਹਰ ਜਾ ਕੇ ਹਰ ਥਾਂ ਪ੍ਰਚਾਰ ਕੀਤਾ। ਸਾਰੇ ਬੋਲੋ ਹਾਲੇਲੂਇਆ। ਉਹਨਾਂ ਨੇ ਬਾਹਰ ਜਾ ਕੇ ਹਰ ਥਾਂ ਪ੍ਰਚਾਰ ਕੀਤਾ ਅਤੇ ਪ੍ਰਭੂ ਉਹਨਾਂ ਦੇ ਨਾਲ ਹੋ ਗਏ। ਉਹਨਾਂ ਦੇ ਨਾਲ ਪ੍ਰਭੂ ਸੀਗਾ ਜਿਹਨੇ ਵਾਅਦੇ ਕੀਤੇ ਸੀਗੇ, ਜਾਓ ਮੈਂ ਤੁਹਾਡੇ ਨਾਲ ਹੋਵਾਂਗਾ। ਜਿਹੜਾ ਤੁਹਾਨੂੰ ਕਬੂਲ ਕਰੇਗਾ ਮੈਨੂੰ ਕਬੂਲ ਕਰੇਗਾ, ਜਿਹੜਾ ਤੁਹਾਨੂੰ ਰੱਦ ਕਰੇਗਾ ਮੈਨੂੰ ਰੱਦ ਕਰੇਗਾ, ਜਿਹੜਾ ਮੈਨੂੰ ਰੱਦ ਕਰੇਗਾ ਮੇਰੇ ਭੇਜਣ ਵਾਲੇ ਨੂੰ ਰੱਦ ਕਰੇਗਾ। ਉਹਨਾਂ ਦੇ ਨਾਲ ਹੋ ਕੇ ਉਹ ਕੰਮ ਕਰ ਰਿਹਾ ਸੀਗਾ। ਹਾਂਜੀ। ਔਰ ਵਚਨ ਨੂੰ ਉਹਨਾਂ ਨਿਸ਼ਾਨੀਆਂ ਦੇ ਰਾਹੀਂ ਜਿਹੜੇ ਨਾਲ ਹੁੰਦੇ ਸਨ ਸਾਬਤ ਕਰਦਾ ਸੀਗਾ। ਉਹਨਾਂ ਨੂੰ ਉਹ ਸਾਬਤ ਕਰਦਾ ਸੀਗਾ ਮੇਰੇ ਲੋਕ ਨੇ। ਇਹਨਾਂ ਦਾ ਪ੍ਰਚਾਰ ਸੁਣੋ। ਜਿਹੜਾ ਤੁਹਾਡੇ ਰਾਹੀਂ ਇਸ ਵਚਨ ਨੂੰ ਕਬੂਲ ਕਰੇਗਾ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ, ਇਹ ਵਚਨ ਕਲਾ ਤੁਹਾਡੇ ਨਾਲ ਨਹੀਂ ਹੈ, ਜਿਹੜਾ ਤੁਹਾਡੇ ਰਾਹੀਂ ਇਹਨਾਂ ਨੂੰ ਕਬੂਲ ਕਰੇਗਾ ਮੈਂ ਉਹਨਾਂ ਦੇ ਨਾਲ ਵੀ ਹੋਵਾਂਗਾ। ਅੱਜ ਪ੍ਰਭੂ ਦਾ ਉਹੋ ਹੀ ਵਚਨ ਭੈਣੋ ਭਾਈਓ, ਉਹਨਾਂ ਰਸੂਲਾਂ ਨਬੀਆਂ ਦਾ ਕਿਹਾ ਹੋਇਆ ਵਚਨ ਅਸੀਂ ਸੁਣ ਰਹੇ ਹਾਂ, ਅਸੀਂ ਉਹਦੇ ਤੇ ਆਮੀਨ ਕਰ ਰਹੇ ਹਾਂ। ਕਿਉਂਕਿ ਸਾਡਾ ਵਿਸ਼ਵਾਸ ਹੈ ਕਿ ਇੱਕ ਵਚਨ ਸੱਚਾ ਹੈ, ਹਰ ਆਦਮੀ ਦਾ ਬੋਲ ਝੂਠਾ ਹੈ। ਅੱਜ ਅਸੀਂ ਉਸੇ ਵਿਸ਼ਵਾਸ ਦੇ ਨਾਲ ਉਠਾਏ ਜਾਣ ਤੇ ਵਿਸ਼ਵਾਸ ਕਰਦੇ ਹਾਂ। ਜੇ ਉਹਨੇ ਯਿਸੂ ਮਸੀਹ ਨੂੰ ਉਠਾ ਲਿਆ ਤੇ ਸਾਨੂੰ ਵੀ ਉਠਾਏਗਾ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ, ਆਸ਼ੀਸ਼ ਦੇਵੇ। ਆਓ ਇਹਨੂੰ ਇੱਥੇ ਸਮਾਪਤ ਕਰਦੇ ਹੋਏ ਆਓ ਅਸੀਂ ਅੱਖਾਂ ਬੰਦ